रियल एस्टेट का कोई सवाल, सबरवाल। योर सर्च एंड्स हियर। ਸਵਾਗਤ ਕਰਦੇ ਆ ਇਸ ਖੂਬਸੂਰਤ ਗੀਤ ਦੇ ਨਾਲ ਪੰਕਜ ਮੋਗਾ ਜੀ ਦਾ। ਪੰਕਜ ਜੀ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ। ਕੀ ਹਾਲ ਹੈ ਜੀ? ਠੀਕ ਹੈ ਜੀ, ਬਹੁਤ ਵਧੀਆ ਯੁਧਵੀਰ ਜੀ, ਮੇਰੀ ਤਰਫੋਂ ਸਭ ਨੂੰ ਗੁੱਡ ਮਾਰਨਿੰਗ ਜੀ। ਗੁੱਡ ਮਾਰਨਿੰਗ ਜੀ ਸਰ ਜੀ। ਔਰ ਅਸੀਂ ਦੱਸ ਦਈਏ ਕਿ ਰੇਡੀਓ ਵਾਈ ਤੁਸੀਂ ਸੁਣਦੇ ਹੈਗੇ ਹੋ ਸਵੇਰੇ 9 ਵਜੇ ਅਸੀਂ ਲਾਈਵ ਕਰ ਦਿੰਦੇ ਹੈਗੇ ਆ। 24 ਘੰਟੇ 7 ਦਿਨ ਤੁਹਾਡੀ ਖਿਦਮਤ 'ਚ ਹਾਜ਼ਰ ਰੇਡੀਓ ਵਾਈ ਮੀਡੀਆ ਲਾਈਵ ਸਵੇਰੇ 9 ਵਜੇ ਸਟਾਰਟ ਹੋ ਜਾਂਦਾ ਹੈ। 9 ਤੋਂ 12 3 ਘੰਟੇ ਤੁਸੀਂ M770 ਤੇ ਸੁਣਦੇ ਹੋ। ਔਰ ਹੁਣ ਅਸੀਂ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਇੱਕ ਵਾਰ ਫਿਰ ਦੁਬਾਰਾ। और सरा जी भी साढ़े नाल ने। और सरा जी मौसम का क्या हाल है? युद्धवीर जी, आफ्टर टुमारो यस्टरडे जो मौसम हुई थी उसके बाद थोड़ा मिक्स है अभी क्लाउडी का, रेनफॉल दिखा रहा है, बट इट विल बी अ मिक्स ऑफ क्लाउड एंड लिटिल बिट ऑफ रेनफॉल एज वेल। राइट नाउ इट इज़ 2 डिग्रीज, लेकिन इट फील्स लाइक -6 क्योंकि थोड़ा सा विंड चील्स है। सो जो यही है एक हमारे जो लिसनर्स अगर बाहर जा रहे हैं, कोई भी बाहर जा रहे हैं, मेक श्योर आप ड्रेस कीजिए, वार्म ड्रेस कीजिए, क्योंकि दिस वेदर इज़ वेरी वेरी इम्पैक्ट कर लेगा आपके हेल्थ को। और सरा जी आपको मौका मिला, भी टाइम मिला फिल्म देखने का कि नहीं अभी? अरे युद्धवीर जी, मैंने जब रिलीज हुआ था लास्ट ईयर ही देख लिया था। तभी आपने उस सिनेमा में देखी थी? हाँ जी, एकदम थिएटर्स में देखा था विद एवरीबडी अराउंड। एंड हम इट्स सच एन फुलफिलिंग एक फीलिंग होती है जब सब वी आर एंजॉयिंग ऑल ऑफ इट। एंड युद्धवीर जी, स्पोर्ट्स एंड फिल्म ऐसी चीज़ होती है ना, इट ब्रिंग्स ऑल ऑफ पीपल टुगेदर। आप स्ट्रेंजर्स हो सकते हो, लेकिन इट ब्रिंग्स पीपल टुगेदर इन वेज दैट वी वुड नेवर इमेजिन। सो आई लव वॉचिंग देम इन थिएटर्स। जी युद्धवीर जी। और इस मौके के उत्ते ਅਸੀਂ स्वागत करते हैं रियल स्टेट का कोई सवाल पीके सबरवाल साहब ਦਾ। पीके जी बहुत बहुत स्वागत है सर, बहुत वेलकम। थैंक यू वेरी मच युद्धवीर जी, एंड वेरी गुड आफ्टरनून टू ऑल आवर लिसनर्स। जी युद्धवीर जी। ਸਰ ਅਸੀਂ ਸਰਾ ਜੀ, ਮੈਂ ਔਰ ਪੰਕਜ ਜੀ ਇੱਕ ਮੂਵੀ ਦੀ ਗੱਲ ਕਰ ਰਹੇ ਹਾਂ। ਜੇ ਤਾਂ ਤੁਸੀਂ ਦੇਖ ਲਈ ਹੈ ਫਿਰ ਤਾਂ ਠੀਕ ਹੈ, ਨਹੀਂ ਦੇਖੀ ਤਾਂ ਤੁਸੀਂ ਤੇ ਆਸ਼ਾ ਭਾਬੀ ਜੀ ਨੇ ਇਕੱਠੇ ਬਹਿ ਕੇ, ਸਾਡੀ ਬੇਨਤੀ ਹੈ ਕਦੇ ਵੀ ਟਾਈਮ ਕੱਢ ਕੇ ਮੂਵੀ ਦੇਖਣੀ। ਤੁਸੀਂ 12th ਫੇਲ ਦੇਖੀ ਹੈ ਕਿ ਨਹੀਂ ਦੇਖੀ? ਮੈਂ ਬਿਲਕੁਲ, ਮੈਨੂੰ ਕਿਹਾ ਸੀ, ਮੈਂ ਕਾਟੇਜ ਵਿੱਚ ਬੈਠਾ ਸੀਗਾ ਵੀਕਐਂਡ ਵਿੱਚ। ਆਈ ਵਾਜ਼ ਇਨ ਮਾਈ ਕਾਟੇਜ ਵਿਦ ਮਾਈ ਗਰੁੱਪ। ਅਸੀਂ 5-6 ਫੈਮਲੀਆਂ ਸੀਗੀਆਂ। ਉੱਥੇ ਕਿਸੇ ਨੇ ਕਿਹਾ ਤਾਂ ਸਭ ਤੋਂ ਪਹਿਲੇ ਅਸੀਂ ਉਹੀ ਦੇਖੀ ਬੈਠ ਕੇ, ਤੇ ਬਹੁਤ ਹੀ ਮਜ਼ਾ ਆਇਆ। ਇਸ ਤਰ੍ਹਾਂ ਦੀ ਮੂਵੀ ਬਣਨੀ ਚਾਹੀਦੀ ਹੈ ਸਰ। ਅੱਛਾ ਤੁਹਾਨੂੰ ਤੁਸੀਂ ਦੱਸੋ। ਹਾਂਜੀ ਹਾਂਜੀ, ਗੋ ਹੈਡ ਸਰ। ਇਹ ਮੂਵੀ ਦੇ ਬਾਰੇ ਤੁਹਾਡਾ ਕੀ ਕਮੈਂਟ ਹੈ? ਸਰ ਮੈਂ ਤਾਂ ਕਹਿੰਦਾ ਹੈ ਕਿ ਬਸ ਕਮਾਲ ਹੀ ਹੈ। ਮੂਵੀ ਨਹੀਂ ਹੈ, ਇਹ ਇੰਸਪੀਰੇਸ਼ਨ ਹੈ। ਮਤਲਬ ਕਿ ਕਮਾਲ ਹੈ। ਮੈਂ ਜਿੰਨਾ ਵੀ ਉਸ ਮੂਵੀ ਦੇ ਬਾਰੇ ਸੋਚਦਾ ਹੈ, ਜਿੰਨਾ ਸੁਣਿਆ ਹੈ, ਮਤਲਬ ਕਿ ਮੈਨੂੰ ਇਹ ਕਮਲ ਭਾਟੀਆ ਜੀ ਨੇ ਦੱਸਿਆ, ਗੁਰਦੀਪ ਜੀ ਨੇ ਕਿਹਾ, ਗਿਰੀਸ਼ ਜੀ ਨੇ ਫਿਰ ਮੈਨੂੰ ਰეკਮੈਂਡ ਕੀਤੀ, ਬਹੁਤ ਲੋਕਾਂ ਨੇ ਕਿਹਾ ਸੀਗਾ। ਮੈਨੂੰ ਪਤਾ ਸੀ ਮੂਵੀ ਚੰਗੀ ਹੋਏਗੀ, ਬਟ ਮੈਂ ਉਸ ਦਿਨ ਗੱਲ ਕਰ ਰਿਹਾ ਸੀਗਾ ਆਪਣੇ ਰਵਿੰਦਰ ਸਾਹਿਬ ਦੇ ਨਾਲ ਵੀ, ਉਹਨਾਂ ਨੇ ਵੀ ਮੈਨੂੰ ਹਾਈਲੀ ਰეკਮੈਂਡ ਕੀਤੀ ਸੀ। ਮੈਂ ਰਵਿੰਦਰ ਸਾਹਿਬ ਨੂੰ ਕਹਿ ਰਿਹਾ ਸੀ, ਮੈਂ ਕਿਹਾ ਇੰਨੀ ਚੰਗੀ ਹੋਏਗੀ। ਇਹ ਨਹੀਂ ਪਤਾ ਸੀਗਾ ਮੈਨੂੰ ਵੀ। ਜੀ ਸਰ, ਬਹੁਤ ਮਜ਼ਾ ਆਇਆ। ਕਿੰਨੀ ਇੰਸਪੀਰੇਸ਼ਨ ਹੈ ਸਰ ਜੀ। ਸਰ ਤੁਸੀਂ ਇੱਕ ਵਾਰੀ ਦਿੱਲੀ ਦੇ ਉਸ ਦੌਰ 'ਚ ਪਹੁੰਚ ਗਏ ਸੀ ਕਿ ਨਹੀਂ ਪਹੁੰਚ ਗਏ, ਦੱਸੋ ਪਹਿਲਾਂ ਮੈਨੂੰ। ਸਰ ਮੈਂ ਤੁਹਾਨੂੰ ਦੱਸਾਂ ਛੋਟੀ ਜਿਹੀ ਗੱਲ, ਮੈਂ ਬੜਾ ਪ੍ਰਾਊਡਲੀ ਕਹਿੰਦਾ ਹੁੰਦਾ ਸੀਗਾ, ਮੈਂ ਵਾਈਫ ਨੂੰ ਦਿਖਾਣ ਵੀ ਲੈ ਗਿਆ ਸੀ ਆਪਣੀ ਪੁਰਾਣੀ ਜਗ੍ਹਾ, ਜਿੱਥੇ ਮੈਂ 13 ਸਾਲ ਦੀ ਉਮਰ ਦੇ ਅੰਦਰ ਲਾਟਰੀਆਂ ਵੇਚਦਾ ਹੁੰਦਾ ਸੀ ਸੜਕ ਦੇ ਉੱਤੇ। ਤੁਹਾਨੂੰ ਯਾਦ ਹੋਏਗਾ ਮੇਰੀ ਪੁਰਾਣੀ ਸਟੋਰੀ ਜਿਹੜੀ ਹੈਗੀ 1965, ਤੇ ਸੜਕ ਤੇ ਲਾਟਰੀਆਂ ਵੇਚਦਾ ਹੁੰਦਾ ਸੀ। ਵਾਈਫ ਮੇਰੇ ਨਾਲ ਗਈ ਸੀ ਅੱਜ ਤੋਂ 5 ਸਾਲ ਪਹਿਲੇ, ਕੋਵਿਡ ਤੋਂ ਪਹਿਲੇ, ਕਿ ਮੈਨੂੰ ਦਿਖਾ ਕੇ ਲਿਆਓ ਜਗ੍ਹਾ ਜਿੱਥੇ ਟੁੱਟੀ ਚੱਪਲ ਪਾ ਕੇ ਤੁਸੀਂ ਘੁੰਮਦੇ ਸੀਗੇ। ਸਰ ਬਿਲਕੁਲ ਪਿੱਛੇ ਰਹਿ ਗਿਆ ਮੈਂ। ਉਹ ਤੇ ਮੈਂ ਉਹਦੀ ਗਿਣਤੀ ਛੱਡ ਦਿਆ। ਮੈਂ ਆਸ਼ਾ ਨੂੰ ਦੱਸ ਰਿਹਾ ਸੀ, ਤੂੰ ਐਵੇਂ ਪ੍ਰਾਊਡ ਫੀਲ ਕਰ ਰਹੀ ਸੀ ਮੈਂ ਲਾਟਰੀਆਂ ਵੇਚਦਾ ਸੀ। ਇਸ ਬੰਦੇ ਨੂੰ ਦੇਖ, ਇਹ ਕੋਈ ਕਰ ਸਕਦਾ ਹੈ? ਆਟਾ ਚੱਕੀ ਦੇ ਅੰਦਰ ਆਟਾ ਪੀਸ ਰਿਹਾ, ਔਰ ਇਹਨਾਂ ਹਾਲੇ ਦੇ ਅੰਦਰ ਰਾਤੀ ਬਲਬ लगा के। और अब्दुल कलाम जी का वो एग्जाम्पल दे रहे हैं कि वो पोस्ट के नीचे बैठ के वो पढ़ते थे, हैं? और वो ये मतलब कि वो वाली गल होगी, उन्हें अब्दुल कलाम की वो वाली गल बिल्कुल उन्हें प्रूव करती। जिदा अब्दुल कलाम की बुक तुसी पढ़ी है सर? नहीं सर, पढ़ी नहीं। केड़ी वाली सर? हाँ, ਉਹਦੇ ਅੰਦਰ ਇੱਕ ਲਾਈਨ ਸੀਗੀ ਉਹ ਵਾਲੀ ਇਸ ਬੰਦੇ ਨੇ प्रूव करती। उन्हें एग्जाम्पल भी ਦਿੱਤਾ पिक्चर के अंदर, 12वीं फेल के अंदर। अब्दुल कलाम जी ने अगर मरने के बाद भी जीना हो तो एक काम जरूर कर जाना, पढ़ने लायक कुछ लिख जाना या फिर लिखने लायक कुछ कर जाना। वाह 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 वाह। लिखने लायक कुछ कर जाना या पढ़ने लायक कुछ लिख जाना। अब्दुल कलाम जी की उस बुक के अंदर बड़ी प्रोमिनेंट लाइन सीगी। और इस पिक्चर के अंदर उन्हें एग्जाम्पल भी अब्दुल कलाम जी का दिता सीगा कि लैंप पोस्ट के थल्ले पढ़ते सी, कहता जी मेरे पास तो फिर भी बल्ब है अपना। क्या मजेदार पिक्चर, दिल खुश हो गया जी पिक्चर देख के सर। बिल्कुल बिल्कुल। पंकज जी तुसी भी पहुंच गए दिल्ली, मूवी देख के पहुंचे कि नहीं? बिल्कुल पहुंच गए जी, बिल्कुल पहुंच गए। अपनी कॉलेज लाइफ पहुंचे कि नहीं? याद की कॉलेज लाइफ कि नहीं? ਬਿਲਕੁਲ ਕੀਤੀ ਸਰ। ਮੈਂ ਇਹ ਹਾਲਾਤ ਉੱਥੇ ਵੇਖਣ ਨੂੰ ਮਿਲਦੇ ਸੀਗੇ ਸਰ। ਐਵੇਂ ਲੋਕ ਉਹ ਜਿਹੜੇ IPS IAS ਦੇ ਕਿਵੇਂ ਹਾਲ, ਉਹ ਚਾਂਦਨੀ ਚੌਕ ਏਰੀਆ, ਠੀਕ ਹੈ ਜੀ, ਤੁਹਾਨੂੰ ਵੀ ਯਾਦ ਹੋਏਗਾ। ਮਲਕਾਗੰਜ ਦੇਖੋ, ਮਲਕਾਗੰਜ ਦਾ ਸੀਨ ਸੀਗਾ ਸਾਡੀ ਦਿੱਲੀ ਯੂਨੀਵਰਸਿਟੀ ਦੇ ਨਾਲ ਹੀ। ਮਲਕਾਗੰਜ ਦਾ ਸੀਨ ਸੀਗਾ। ਉਹ ਦੇਖੋ सीताराम गली, सीताराम बिल्कुल पहचानी गई। सीताराम बाजार बिल्कुल गली सीता, वो दरीबा कला ਉਹਦੇ ਅੰਦਰ ਬਿਲਕੁਲ ਮੈਂ पहचान लिया सर। ਉਹਦੇ ਅੰਦਰ ਹਾਲਾਂਕਿ ਉਹਨਾਂ ਨੇ ਉਹਨੂੰ ਦਰੀਬਾ ਕਲਾ ਬੋਲਿਆ ਨਹੀਂ ਸੀਗਾ, ਬਟ ਦੈਟ ਸਟਰੀਟ ਵਾਸ ਦਰੀਬਾ ਕਲਾ। क्या मजेदार, दिल खुश हो गया पिक्चर देख के। जी जी जी।
थैंक यू जी। और रियल स्टेट का कोई सवाल पीके सब्बरवाल साहब और पंकज मोंगा जी, ਕਾਲਰਸ ਨੂੰ ਰਿਕੁਐਸਟ ਹੈ ਕਿ ਤੁਹਾਡੀਆਂ ਕਾਲਸ ਵੀ ਅਸੀਂ ਵਾਰੀ-ਵਾਰੀ ਲਵਾਂਗੇ ਜ਼ਰੂਰ। ਗਿਰੀਸ਼ ਜੀ ਦੀ ਪਹਿਲੀ ਕਾਲ ਹੈ, ਉਹਨਾਂ ਨੂੰ ਲਾਈਨ ਤੇ ਹੋਲਡ ਅਸੀਂ ਕਰ ਲਈ ਆਲਰੇਡੀ, ਲੇਕਿਨ ਪਹਿਲਾਂ ਓਪਨਿੰਗ ਸਟੇਟਮੈਂਟਸ ਅਸੀਂ ਜ਼ਰੂਰ ਸਾਡੇ ਦੋਨੋਂ ਗੈਸਟ ਦੀ ਸੁਣ ਲਈਏ, ਫਿਰ ਉਸ ਤੋਂ ਬਾਅਦ ਅਸੀਂ ਗੱਲਬਾਤ ਸਟਾਰਟ ਕਰਾਂਗੇ। ਪੰਕਜ ਜੀ ਔਰ ਪੀਕੇ ਜੀ ਓਪਨਿੰਗ ਸਟੇਟਮੈਂਟ ਫਰਮ ਯੂ ਫਸਟ ਆਫ ਆਲ। ਦੇਖੋ ਜੀ, ਕੁਝ ਰਿਪੋਰਟਸ ਇਹ ਆ ਰਹੀਆਂ ਨੇ ਕਿ 2024 ਦੇ ਅੰਦਰ ਜਿੰਦਰ ਟਰੰਪ ਨੇ ਵੀ ਇਹ ਗੱਲ ਕੀਤੀ ਹੈਗੀ ਕਿ ਵੀ ਵਿਲ ਸੀ 2024 ਵਿਲ ਬ੍ਰਿੰਗ ਰਿਬਾਉਂਡ ਇਨ ਐਕਟੀਵਿਟੀ। ईयर लॉन्ग लो हाउसिंग अफोर्डेबिलिटी बाद रिबाउंड उन्होंने विल ब्रिंग, मे ब्रिंग नहीं किया, विल ब्रिंग रिबाउंड इन एक्टिविटी। और उन्होंने यह भी कहा कि जी एनुअल सेल्स वर डाउन 12.1% कंपेयर टू 2022 तो अगर कंपेयर करिए 2023 के अंदर। लेकिन जो लास्ट मंथ सीगा दिसंबर 2023 का उन्हें थोड़ा एनकरेजमेंट लैके देती हुई, क्योंकि लास्ट मंथ के अंदर 11.5% सेल्स जंप कर गया सी ईयर ओवर ईयर दिसंबर के अंदर अंदर से। और सारे साल का अगर करिए तो 12% डाउन सी। दैट मीन्स लोगों के अंदर पॉजिटिविटी आ रही है कि भाई पॉजिटिव थॉट या कंज्यूमर कॉन्फिडेंस कह लो कि भाई हुण अगला साल ठीक रहेगा। लेकिन इतने मैं बहुत क्लियरली कह दिया कि मैं नहीं समझता कि यह 2024 इतनी जल्दी चंगा रहेगा। दिस विल बी द सेकंड हाफ ऑफ 24 विच में ब्रिंग सम आई वुड से गुड न्यूज। लेकिन जिस तरह पहले वाले प्रोग्राम से भी मैं और मोंगा साहब की गल हो रही थी कि मैं 10 अप्रैल ਨੂੰ कह रहे ਸੀਗਾ कि इंटरेस्ट रेट घट होना चाहिए था बिकॉज ऑफ सम अदर रीजन, नॉट फ्रॉम इकोनॉमी पॉइंट ऑफ व्यू, अदर पॉइंट ऑफ व्यू, जीडीपी पॉइंट ऑफ व्यू। बट मोंगा साहब का कहना है जून विच, ते रब करे मोंगा साहब की गल गलत निकले जी रब करे थोड़ी गलत गल निकले। इस करके गलत ना निकले कि भी मैं जितना चाहना, मैनू हार मंजूर है, तुम्हारी जित मंजूर है, पर इंटरेस्ट रेट 10% ਨੂੰ गिरे, बस गल खत्म। आम जनता वास्ते बहुत जरूरी है क्योंकि कर्जे ने जबरदस्त लोग लै बैठे। क्योंकि मैं जिस वक्त पिछले शो च गल कही तो मैनू मैसेज भी 2-4 बड़े चंगे चंगे आए जिस अंदर लिखा है कि लो रेट क्रिएटेड ए टन ऑफ डेट एंड हाई रेट्स मेक इट हार्डर टू पे। वो गल हो गई है, कर्जा लै बैठे हुण देना औखा हो गया, गल खत्म। हुण वो कहानी हो रही है। एक और मैं छोटा जिहा 1-2 लाइन का जोक सुना दिया ऑन द लाइटर साइड। हाँ जी हाँ जी, वाई नॉट सर, मजा। अच्छा जी, मैं ना छोटे मोटे ना ले रहे, कोई किसी का ना अगर एक्चुअली होएगा तो प्लीज माइंड ना करना है, ठीक है। रामलाल ने सब्बरवाल को $100 उधार मांग ले महीने वास्ते। महीना हो गया थे, उन्होंने देते नहीं जा रहे। फिर वो श्यामलाल को चला गया, श्यामलाल को उन्हें $100 मांगे 1 महीने वास्ते, लेके उन्हें सब्बरवाल को देते। सब्बरवाल बड़ा खुश। जब महीना आया तो श्यामलाल ने रामलाल को क्या पैसे, उन्हें फिर सब्बरवाल को गया, कहते यार 100 दे दो। पीके ने क्या सब्बरवाल यार इन्हें टाइम से वापस कर देता, उन्हें फिर वापस करते, जाके उन्हें फिर श्यामलाल को वापस करते। 5-6 महीने इस तरह होता रहा। श्यामलाल को लेके रामलाल को देते, रामलाल लेके श्यामलाल को देते। पीके सब्बरवाल चलो मैं कर्जा लेता मान लो, रामलाल को लिखता श्यामलाल को। 5-6 महीने हो गए थे, अचानक एक दिन ना दोनों ने बिठा दिया। मैं कहा यार तुम मैंने क्यों तंग कर रहे हो, आपस में लेन देन कर रहे हो, मैंने क्यों विचकार लेके बैठा है, तुम लोग बैठे हो आपस में लेन देन एक दूसरे को, तू देंदा रहा तू देंदा रहा, समझ मेरी गल। तो उधार लैके दोनों को फसा मारे। यह हाल सारे इकानमी का, सारे कर्जा का लोगों का हो रहा है। वो कर्जा लेके कर्जा देना चाहते हैं, कर्जा लेके कर्जा देना चाहते हैं, हुण वो कर्जा दे नहीं पा रहे और हालत बड़ा बुरा होया पिया इस वक्त। मेंटल हेल्थ के उत्ते इशू इन्ने जबरदस्त चल चुके हैं और अजे बुरा वक्त ऐ सुनने च आया कि अजे ते आना है, क्योंकि अजे रिन्यूअल से ज्यादा फर्स्ट हाफ के अंदर 2024 आनी ने। एंड 63% ऑफ द कैनेडियंस 2/3 आर वरीड अबाउट हाउ टू पे। दिस इज समथिंग वेरी बैड आई वुड से। जी सर मैं इत्थे कुछ जोड़ना चाह रहा पीके जी ने जी सर किया। मैं खुश हाँ अगर 10 अप्रैल ਨੂੰ ਹੋ ਜਾਂਦਾ ਹੈ ਤਾਂ ਇੰਟਰਸਟ ਰੇਟ ਥੱਲੇ। ਬਟ ਅੱਜ ਤੱਕ ਦੀ ਹਿਸਟਰੀ ਚਾਹੇ ਤੁਸੀਂ ਬੈਂਕ ਆਫ ਕੈਨੇਡਾ ਚੱਕ ਲਓ, ਚਾਹੇ ਫੈਡ ਚੱਕ ਲਓ, ਤੁਸੀਂ US ਦਾ ਜਾਂ ਯੂਰੋਪੀਅਨ ਯੂਨੀਅਨ ਚੱਕ ਲਓ, ਇਹ ਜਿਹੜੇ ਬੈਂਕ ਨੇ ਇਹ ਬੈਂਕਸ ਦੇ ਹੈਡ ਨੇ, ਜਦੋਂ ਤੱਕ ਇਕਨੋਮੀ ਤੇ ਪੂਰੀ ਤਰ੍ਹਾਂ ਮਾਰ ਨਹੀਂ ਪੈਂਦੀ ਉਦੋਂ ਤੱਕ ਇਹ ਐਕਟ ਨਹੀਂ ਕਰਦੇ। ਉਹ ਉੱਥੇ ਜਗ੍ਹਾ ਤੇ ਬੈਠੇ ਰਹਿੰਦੇ ਨੇ। ਹੁਣ ਚਾਹੇ ਤੁਸੀਂ 2008 ਨੂੰ ਲੈ ਲਓ, ਉਹਨਾਂ ਨੇ ਲੀਮਨ ਬ੍ਰਦਰਜ਼ ਔਰ ਫਰੈਡੀ ਮੇ ਉਹਨਾਂ ਨੂੰ ਸਾਰਿਆਂ ਨੂੰ ਖਤਮ ਹੋਣ ਦਿੱਤਾ, ਉਸ ਤੋਂ ਬਾਅਦ ਐਕਟ ਕੀਤਾ। 2000 ਚ ਚੱਲਦੇ ਆ, ਬਬਲ ਜਿਹੜਾ ਟੈਕ ਬੂਮ ਜਿਹੜਾ ਆਇਆ ਸੀਗਾ ਜਾਂ ਉਸ ਤੋਂ ਬਾਅਦ ਬਬਲ ਫਟਿਆ ਸੀਗਾ ਜਿਹੜਾ ਇਹਨਾਂ ਦਾ ਟੈਕ ਦਾ, ਉਸ ਲਈ ਇਹਨਾਂ ਨੇ ਉਹੀ ਚੀਜ਼ ਕੀਤੀ ਸੀ ਜੋ ਤੱਕ ਪੂਰੀ ਤਰ੍ਹਾਂ ਥੱਲੇ ਨਹੀਂ ਡਿੱਗੀ ਸੀ, ਜੋ ਤੱਕ ਇਹਨਾਂ ਨੇ ਬਾਕੀ ਸਾਰੇ ਮੈਜਰ ਆਪਦੇ ਐਗਜ਼ੌਸਟ ਨਹੀਂ ਕਰ ਲਿੱਤੇ, ਮੈਂ ਉਹ ਵਰਡ ਯੂਜ਼ ਕਰਾਂਗਾ, ਉਦੋਂ ਤੱਕ ਉਹਨਾਂ ਨੇ ਇੰਟਰਸਟ ਰੇਟ ਤੇ ਐਕਟ ਨਹੀਂ ਕੀਤਾ ਸੀਗਾ। ਹੁਣ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਇਸ ਵੇਲੇ, ਉਹ ਗੱਲਾਂ ਹੋ ਰਹੀਆਂ ਨੇ ਆਮ ਆਦਮੀ ਪਿਸਦਾ ਪਿਆ ਜੀ, ਆਮ ਆਦਮੀ ਕੋਲ ਪੈਸਾ ਨਹੀਂ ਹੈ ਜੀ, ਉਹ ਲੋਨ ਲੈ ਕੇ ਲੋਨ ਪੇ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਿਹੜੀਆਂ ਤੁਸੀਂ ਗੱਲਾਂ ਕਹਿ ਰਹੇ ਹੋ। ਲੇਕਿਨ ਹਾਲੇ ਤੱਕ ਇਕੋਨਮੀ ਤੇ ਇੰਪੈਕਟ ਨਹੀਂ ਆਇਆ ਪੀਕੇ ਜੀ। ਸਭ ਤੋਂ ਵੱਡੀ ਚੀਜ਼ ਇਕੋਨਮੀ ਤੇ ਇੰਪੈਕਟ ਕਦੋਂ ਆਵੇਗਾ, ਜਦੋਂ ਉਹ ਲੋਨ ਲੈਣਾ ਛੱਡੇਗਾ ਔਰ ਅਦਾ ਨਹੀਂ ਪੇ ਕਰੇਗਾ ਔਰ ਆਪਦਾ ਮਕਾਨ ਵੇਚੇਗਾ।
ਬੈਂਕ ਆਫ ਕੈਨੇਡਾ ਉਦੋਂ ਤਿੱਕਰ ਵੇਟ ਕਰੇਗਾ ਜਦੋਂ ਤਿੱਕਰ ਇਸ ਇਕੋਨਮੀ ਤੇ ਇੰਪੈਕਟ ਨਹੀਂ ਆਦਾ, ਜਦੋਂ ਤਿੱਕਰ ਲੋਕ ਆਪਦਾ ਲੈਸਨ ਲਰਨ ਨਹੀਂ ਕਰ ਦਿੰਦੇ। ਉਹ ਲੈਸਨ ਲਰਨ ਹਲੇ ਤੱਕ ਬਹੁਤ ਥੋੜੇ ਲੋਕਾਂ ਨੇ ਕੀਤਾ ਹੈ। ਇਹ ਜਿਹੜੀਆਂ ਬੈਂਕਰਪਸੀ ਹੋਈਆਂ ਨੇ ਇਹ ਥੋੜੀਆਂ ਹੋਈਆਂ ਨੇ, ਹਲੇ ਹੋਰ ਹੋਣੀਆਂ ਚਾਹੀਦੀਆਂ ਨੇ, ਜਾਂ ਜੌਬ ਲੋਸ ਜ਼ਿਆਦਾ ਹੋਣੀਆਂ ਚਾਹੀਦੀਆਂ ਨੇ। ਜੌਬ ਲੋਸ ਨਹੀਂ ਹੋਣੀਆਂ ਸ਼ੁਰੂ ਹੋਈਆਂ। ਕਾਰਪੋਰੇਟ ਜਿਹੜੇ ਪ੍ਰੋਫਿਟ ਨੇ ਹਲੇ ਤੱਕ ਖਤਮ ਨਹੀਂ ਹੋਏ ਨੇ, ਉਹ ਵੀ ਚੱਲਦੇ ਪਏ ਨੇ। ਅਸੀਂ ਸਲੋ ਡਾਊਨ ਯੈਸ ਦੇयर इज अ ਸਲੋ ਡਾਊਨ, ਬਟ ਸਲੋ ਡਾਊਨ ਤੋਂ ਬਾਅਦ ਵੀ ਤਾਂ ਅਸੀਂ ਸਰਵਾਈਵ ਕਰ ਰਹੇ ਹਾਂ। ਇਹ ਸਰਵਾਈਵਲ ਜਦੋਂ ਤੱਕ ਖਤਮ ਨਹੀਂ ਹੁੰਦਾ ਉਦੋਂ ਤੱਕ ਬੈਂਕ ਆਫ ਕੈਨੇਡਾ ਐਕਟ ਕਰਨ ਦੇ ਮੂਡ 'ਚ ਨਹੀਂ ਹੈਗਾ। ਮੈਂ ਬੜਾ ਕਲੀਅਰ ਔਰ ਬੜੇ ਖਰੇ ਵਰਡ ਯੂਜ਼ ਕਰ ਰਿਹਾ। ਸਾਨੂੰ ਇਕੋਨਮੀ 'ਚ ਇਸ ਵੇਲੇ ਦਰਾਰ ਚਾਹੀਦੀ ਹੈ ਪੂਰੀ ਵੱਡੀ, ਉਹ ਹਲੇ ਤੱਕ ਸਾਨੂੰ ਦਿਖਦੀ ਨਹੀਂ ਪਈ। ਸਾਨੂੰ ਸਿਰਫ ਸਲੋ ਡਾਊਨ ਦਿਖਦਾ ਪਿਆ। ਠੀਕ ਹੈ, ਗੱਡੀ ਤਾਂ ਚੱਲਦੀ ਪਈ ਹੈ ਨਾ, ਤੇ ਸਲੋ ਹੋ ਕੇ ਚੱਲਦੀ ਪਈ ਹੈ, ਫਾਸਟ ਨਹੀਂ ਚੱਲਦੀ ਪਈ, ਬਸ ਸਹੀ ਹੈ। ਲੇਕਿਨ ਗੱਡੀ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਪੀਕੇ ਜੀ, ਇੰਟਰਸਟ ਰੇਟ ਨੂੰ ਥੱਲੇ ਲਿਆਉਣ ਵਾਸਤੇ। ਇਹ ਜਦੋਂ ਜਿਹੜੇ ਤੁਸੀਂ ਸਮਝਾ ਰਹੇ ਹੋ ਨਾ, ਇਹ ਲੋਨ ਲੈ ਕੇ ਲੋਨ ਪੇ ਕਰਨਾ ਬੰਦ ਕਰੋ। ਉਹ ਲੋਨ ਲੈ ਕੇ ਲੋਨ ਪੇ ਕਰਕੇ ਤਾਂ ਉਹਨਾਂ ਨੇ ਤਾਂ ਕੰਪਨੀ ਦਾ ਪ੍ਰੋਫਿਟ ਤਾਂ ਵਧਾ ਦਿੱਤਾ, ਜਿਨ੍ਹਾਂ ਨੂੰ ਇੰਟਰਸਟ ਦੇਣਾ ਸੀ ਦੇ ਦਿੱਤਾ। ਉਹਨਾਂ ਦਾ ਤਾਂ ਕੰਮ ਚੱਲਦਾ ਪਿਆ, ਉਹਨਾਂ ਦਾ ਕੰਮ ਤਾਂ ਰੁਕਿਆ ਹੀ ਨਹੀਂ। ਜਦੋਂ ਉਹਨਾਂ ਦਾ ਕੰਮ ਨਹੀਂ ਰੁਕਿਆ ਤਾਂ ਇਕੋਨਮੀ ਨਹੀਂ ਰੁਕੀ ਤਾਂ ਬੈਂਕ ਆਫ ਕੈਨੇਡਾ ਨੂੰ ਐਕਸ਼ਨ ਲੈਣ ਦੀ ਕਿਉਂ ਜ਼ਰੂਰਤ ਹੈ? ਸੋ ਸਟੋਰੀ ਬਹੁਤ ਅਲੱਗ ਹੈ ਪੀਕੇ ਜੀ। ਇੰਟਰਨਲ ਦੇਖਿਆ ਜਾਵੇ ਨਾ, ਹਲੇ ਮੈਨੂੰ ਇਹ ਥੋੜਾ ਜਿਹਾ, ਤਾਂ ਹੀ ਮੈਂ ਕਹਿ ਰਿਹਾ ਅਗਲੇ 4 ਮਹੀਨੇ 5 ਮਹੀਨੇ ਇਹ ਬੜੇ ਪੇਨ ਦੇਖਣਾ ਜ਼ਰੂਰੀ ਹੈ। ਉਹ ਪੇਨ ਦੇਖੇ ਬਿਨਾ ਇੰਟਰਸਟ ਰੇਟ ਨਹੀਂ ਘਟੇਗਾ। ਸੋ ਪੇਨ ਹਲੇ ਤੱਕ ਦਿਖਿਆ ਨਹੀਂ ਜੀ ਪੀ ਸਰ। 24% ਇਨਸੋਲਵੈਂਸੀਜ਼ ਵੱਧ ਗਈਆਂ ਈਅਰ ਓਵਰ ਈਅਰ। ਇਹ ਬਹੁਤ ਵੱਡਾ ਇੱਕ ਇੰਡੀਕੇਸ਼ਨ ਨਹੀਂ ਹੈਗਾ ਕਿ ਬੁਰਾ ਵਕਤ, ਇਸ ਤੋਂ ਪਹਿਲੇ ਕਿ ਬੈਂਕਾਂ ਦਾ ਵੈਸੇ ਹੀ ਪੈਸਾ ਡੁੱਬ ਜਾਏ। ਇਹ ਮੇਰਾ ਪੁਆਇੰਟ ਆਫ ਵਿਊ ਸੀਗਾ ਕਿ ਕਿਉਂ ਨਾ ਇਹਨੂੰ ਥੋੜਾ ਜਿਹਾ, ਹਾਲਾਂਕਿ ਇੱਕ ਵਾਰ ਘਟਾਲਣਾ 2 ਵਾਰ ਘਟਾਲਣਾ ਬਹੁਤ ਵੱਡਾ ਫਰਕ ਨਹੀਂ ਪਏਗਾ, ਲੇਕਿਨ ਬਹੁਤ ਫਰਕ ਪੈਣਾ ਵੀ ਸ਼ੁਰੂ ਹੋ ਜਾਏਗਾ ਮੇਰੇ ਹਿਸਾਬ ਨਾਲ, ਬਜਾਏ ਕਿ ਪੈਸੇ ਡੁੱਬ ਜਾਏ। ਮੈਂ ਪਿਛਲੇ ਸ਼ੋਅ ਤੇ ਵੀ ਐਗਜ਼ਾਮਪਲ ਦਿੱਤਾ ਸੀਗਾ। ਹੁਣ ਤੁਹਾਡੀ ਵਾਲੀ ਗੱਲ ਲੌਜੀਕਲੀ ਵੈਰੀ ਕਰੈਕਟ, ਲੇਕਿਨ ਇਹ ਵੀ ਪੁਆਇੰਟ ਡਿਸਕਸ ਹੋ ਰਿਹਾ ਇਹਨਾਂ ਦਾ ਆਪਸ ਦੇ ਅੰਦਰ ਕਿ ਬਈ ਜਿਸ ਤਰ੍ਹਾਂ ਮੈਂ ਕਹਿਣਾ ਕਿ ਸਾਡਾ ਕਿਸੇ ਨੇ ਪੈਸਾ ਦੇਣਾ, ਮੈਂ ਸਖਤੀ ਵਰਤਾਂਗਾ, ਉਹ ਮੁਕਰ ਜਾਏਗਾ, ਕਰ ਲੋ ਜੋ ਕਰਨਾ ਹੈ, ਚਾਬੀ ਛੁੱਟ ਜਾਏਗਾ। ਤੇ ਅਸੀਂ ਕੀ ਕਰਨੇ ਆ, ਚੱਲ ਯਾਰ ਤੂੰ ਡਿਲੇ ਕਰਨਾ, ਕਿੰਨੇ ਮਹੀਨੇ ਚਾਹੀਦਾ ਤੈਨੂੰ ਬੋਲ, ਅੱਛਾ ਇੰਟਰਸਟ ਨਹੀਂ ਦੇ ਪਾ ਰਿਹਾ, ਚਲੋ ਕਿਸ਼ਤਾਂ ਕਰਦੇ ਥੋੜਾ। ਇਹ ਵਾਲਾ ਜਿਹੜਾ ਮਾਹੌਲ ਜਿਹੜਾ ਹੈ ਨਾ ਉਹ ਕ੍ਰੀਏਟ ਹੋਏਗਾ ਇੰਟਰਸਟ ਰੇਟ ਕਮ ਕਰਕੇ, ਮੈਨੂੰ ਲੱਗਦਾ ਹੈ। ਬਾਕੀ ਉਹ ਅਲੱਗ ਗੱਲ ਹੈ ਕਿ ਅਗਰ ਇਕੋਨਮੀ ਕਿਸੇ ਹੋਰ ਵੱਲ ਚੱਲ ਪੈਂਦੀ ਹੈ, ਬਾਕੀ ਚੀਜ਼ਾਂ GDP ਵਗੈਰਾ ਹੋਰ ਵੱਲ ਚੱਲ ਪੈਂਦੀ ਹੈ, ਐਮਪਲੋਇਮੈਂਟ ਹੋਰ ਵੱਲ ਚੱਲ ਪੈਂਦੀ ਹੈ, ਤੇ ਠੀਕ ਹੈ ਡਿਸੀਜ਼ਨ ਨਹੀਂ ਲੈਣਗੇ, ਲੇਕਿਨ ਇਟ ਵਿਲ ਬੀ ਏ ਰੀਅਲ ਡਿਜ਼ਾਸਟਰ। ਸਰ ਉਹੀ ਚੀਜ਼ ਤਾਂ ਵੇਟ ਕਰ ਰਹੇ ਨੇ। ਮੈਂ ਇਹ ਕਹਿਣਾ ਚਾਹ ਰਿਹਾ, ਉਹੀ ਚੀਜ਼ ਹੀ ਵੇਟ ਕਰ ਰਹੇ ਨੇ। ਬਸ ਇਹ ਡਿਜ਼ਾਸਟਰ ਹੀ ਤਾਂ ਚਾਹੀਦਾ ਉਹਨਾਂ ਵਾਸਤੇ, ਕਿਉਂਕਿ ਇਸ ਵੇਲੇ ਅਸੀਂ ਜੋ ਮਰਜ਼ੀ ਕਰ ਲਈਏ, ਬੈਂਕਰਪਸੀਆਂ ਕਿੰਨਾ ਕੁ ਇੰਪੈਕਟ ਰੱਖਦੀਆਂ ਪਈਆਂ ਨੇ ਇਸ ਵੇਲੇ ਸਾਡੇ ਇਸ ਇਕੋਨਮੀ ਤੇ। ਚਾਹੇ 13% ਵੱਧ ਗਈ ਹੋਵੇ, ਚਾਹੇ 15% ਵੱਧ ਗਈ ਹੋਵੇ। ਸੋ ਮੈਨੂੰ ਤਾਂ ਕੋਈ ਜ਼ਿਆਦਾ ਫਰਕ ਨਹੀਂ ਦਿਖਦਾ ਪਿਆ ਹਾਲੇ ਤੱਕ, ਕਿਉਂਕਿ ਲੋਕ ਫਿਰ ਵੀ ਸਰਵਾਈਵ ਕਰ ਰਹੇ ਨੇ, ਲੋਕ ਜੌਬ ਕਰ ਰਹੇ। ਹਾਂ, ਮੇਰੇ ਕੋਲ ਮੀਟਿੰਗ ਜਿਹੜੀ ਹੁੰਦੀ ਹੈ ਨਾ ਮੋਂਗਾ ਸਾਹਿਬ, ਮੇਰੀ ਔਨ ਐਨ ਐਵਰੇਜ ਮੇਰੀ 7 ਮੀਟਿੰਗਾਂ ਹੁੰਦੀਆਂ ਨੇ ਇੱਕ ਦਿਨ ਦੇ ਅੰਦਰ, ਲਗਭਗ ਰੇਂਜਿੰਗ ਬਿਟਵੀਨ 30 ਮਿੰਟਸ ਟੂ 45 ਮਿੰਟਸ, ਤੇ ਉਹਦੇ ਅੰਦਰ ਲਗਭਗ 3 ਇਹੋ ਜਿਹੀਆਂ ਹੁੰਦੀਆਂ ਨੇ ਜਿਹਦੇ ਅੰਦਰ ਕੀ ਉਹ ਕਹਿੰਦੇ ਜੀ ਸਰਵਾਈਵ ਕਿਸ ਤਰ੍ਹਾਂ ਕਰੀਏ। ਘਰ ਵੇਚਦੇ ਆ ਤਾਂ ਨਹੀਂ ਹੱਥ ਆਉਂਦਾ, ਨਹੀਂ ਵੇਚਦੇ ਆ ਅਸੀਂ ਦੇ ਨਹੀਂ ਪਾ ਰਹੇ, ਇੱਕ ਪੇਮੈਂਟ ਮਿਸ ਹੋ ਗਈ ਹੈ, ਦੂਜੀ ਕਰਾਂਗੇ ਤੇ ਬੈਂਕ ਦਾ ਲੈਟਰ ਆ ਜਾਏਗਾ। ਤੇ ਮੈਂ ਉਹਨਾਂ ਨੂੰ ਇਹ ਸਲਾਹ ਦੇਣਾ ਫਿਰ ਵੀ ਵੇਚ ਦਿਓ, ਐਟਲੀਸਟ ਤੁਹਾਡੇ ਉੱਤੇ 3-4-5 ਮਹੀਨੇ ਦਾ ਬਰਡਨ ਤੇ ਖਤਮ ਹੋ ਜਾਏਗਾ। 5,000 ਮਹੀਨੇ ਦਾ ਬਰਡਨ, ਔਰ ਜਿਹੜੇ ਤੁਹਾਡੀ ਯੂਟਿਲਿਟੀ ਕਾਸਟ ਹੈ ਉਹਦੇ ਅੰਦਰ ਥੋੜਾ ਜਿਹਾ ਮਿਲਾਓਗੇ ਤੇ ਤੁਸੀਂ ਰੈਂਟ 'ਤੇ ਚਲੇ ਜਾਓਗੇ। ਉਹਦੇ ਬਾਅਦ ਫਿਰ ਦੁਬਾਰਾ ਆ ਜਾਣਾ, ਫਿਰ ਵਕਤ ਆਏਗਾ, ਕਿਉਂਕਿ ਅਗਰ ਬੈਂਕ ਨੇ ਮੈਨੂੰ ਵੇਚਤਾ ਤੇ ਤੁਹਾਡੇ ਜੋ ਥੋੜਾ ਬਹੁਤ ਹੱਥ ਜਾਣਾ ਉਹ ਵੀ ਨਹੀਂ ਆਏਗਾ। ਤੇ ਇਹ ਮੇਰੀ ਅੱਛਾ ਫਿਰ ਕੀ ਕੀਤਾ, ਕਿਉਂਕਿ ਮੀਟਿੰਗ ਦੇ ਅੰਦਰ ਇਹ ਟਾਈਮ ਬਰਬਾਦ ਹੋਣਾ ਸ਼ੁਰੂ ਹੋ ਗਿਆ। ਬਰਬਾਦ ਹੀ ਹੋਇਆ ਨਾ, ਕਿਉਂਕਿ ਕਿਸਮ ਨਾਲ ਬਰਬਾਦ ਵਾਲੇ ਟਾਈਮ ਹੈ ਜਿਹੜਾ ਬੰਦਾ ਆ ਰਿਹਾ ਉਹਨੇ ਲੈਤੇ ਵਕਤ ਸੋਚਾ ਨਹੀਂ। ਪਿਛਲੇ ਮੈਂ ਸ਼ੋਅ 'ਚ ਤੁਹਾਨੂੰ ਇੱਕ ਐਗਜ਼ਾਮਪਲ ਦਿੱਤਾ ਸੀ, ਨੋ ਲੱਗਦਾ, ਮੈਂ ਦੂਜਾ ਬੰਦੇ ਦਾ ਐਗਜ਼ਾਮਪਲ ਵੀ ਦੇ ਦੇਣਾ। 1.1 ਮਿਲੀਅਨ ਦਾ ਯੂਜ਼ਰ ਜੀ ਉਹਨਾਂ ਨੇ ਘਰ ਖਰੀਦਿਆ, ਐਂਡ ਅਪ ਟੂ 21 ਗੱਲ ਕਰ ਰਿਹਾ, ਔਰ ਉਹਦੇ ਉੱਤੇ ਨੇ $8.5 ਲੱਖ ਲੋਨ ਲੈ ਲਿਆ, ਔਰ ਇਨਕਮ ਪਤਾ ਕਿੰਨੀ ਸੀ ਸਰ, 1,20,000। ਸੋਚੋ 1,20,000 ਇਨਕਮ ਦੇ ਉੱਤੇ 8.5 ਲੱਖ ਮਿਲ ਸਕਦਾ, ਨਹੀਂ ਮਿਲ ਸਕਦਾ। ਨਹੀਂ 8.5 ਲੱਖ ਮਤਲਬ ਮੌਰਗੇਜ ਸੀਗੀ ਨਾ ਉਹਨਾਂ ਦੀ, ਮੌਰਗੇਜ 8.5 ਲੱਖ, 1,20,000 ਦੇ ਉੱਤੇ 8.5 ਲੱਖ ਮੌਰਗੇਜ ਤੇ 2.4% ਦੇ ਉੱਤੇ ਵੀ ਨਹੀਂ ਮਿਲ ਰਹੀ ਸੀਗੀ। ਇਹਦਾ ਮਤਲਬ ਕੀ ਹੋਇਆ, ਕਾਗਜ਼ ਬਣ ਰਹੇ ਸੀਗੇ, ਰਾਈਟ। ਹੁਣ ਕਾਗਜ਼ ਬਣਾ ਲਓ, ਕਰ ਲਓ, ਆਪਣੀ ਖੁਸ਼ੀਆਂ ਪੂਰੀ ਕਰ ਲਓ। ਤੁਸੀਂ ਖੁਸ਼ੀਆਂ ਨਹੀਂ ਲੈ ਕੇ ਆਏ, ਘਰ 'ਚ ਗਮ ਲੈ ਕੇ ਆਇਓ। ਉਹਦੇ ਬਾਅਦ ਹੁਣ ਉਹ ਕਿਸ਼ਤਾਂ 8.5 ਲੱਖ ਦੇ ਉੱਤੇ ਜੋ ਕਿਸ਼ਤ ਸੀਗੀ ਤੁਸੀਂ ਦੇਖੋ 60% ਵੱਧ ਗਈ, ਹੁਣ ਦਿੱਤਾ ਨਹੀਂ ਜਾ ਰਿਹਾ। ਜਿਸ ਵਕਤ ਉਹ ਮਕਾਨ ਖਰੀਦਾ ਸੀ ਉਹ ਮੁੜ ਕੇ ਉਸੇ ਕੀਮਤ ਤੇ ਆ ਗਿਆ ਜਾਂ ਉਸ ਤੋਂ ਥੱਲੇ ਚਲਾ ਗਿਆ, ਕਿਉਂਕਿ ਉਹਦਾ ਕੀਮਤਾਂ ਗਿਰਨੀ ਸ਼ੁਰੂ ਹੋ ਗਈਆਂ, ਰੌਂਗ ਟਾਈਮ ਤੇ ਲਿੱਤਾ ਸੀਗਾ, ਹੁਣ ਉਹਨੂੰ ਮਿਲ ਨਹੀਂ ਰਿਹਾ। ਤੇ ਹੁਣ ਬੰਦੇ ਨੂੰ ਮੈਂ ਸਮਝਾ, ਉਹ ਵੀ ਮੈਨੂੰ ਕਹਿੰਦਾ ਕਿ ਸਰ ਅਗਰ 1 ਲੱਖ ਦਿਲਵਾ ਦੋ तो मैं मॉर्गेज देता रहूंगा। मैं कहा तू कर्जा लेके कर्जा दे रहे हैं, ਜਿਹੜਾ ਹੁਣ कर्जा लेगा वो होर महंगा लेगा, ਜਿਹੜਾ तू पहले लिखता आया है
ਉਹ ਵੱਧ ਕੇ ਚਲੋ ਸਪੋਜ਼ ਕਰੋ ਤੇਰਾ 5.8 ਹੋ ਗਿਆ ਜਾਂ ਤੁਸੀਂ 2.4 2.5 ਲਿੱਤਾ ਸੀਗਾ, ਹੁਣ ਤੂੰ ਜਿਹੜਾ ਲੇਗਾ ਸੈਕੰਡ ਮॉर्गेज 2 ਨੰबर की मॉर्गेज लेगा या प्राइवेट लैंडर लेगा वो 12%। तू मतलब कि कह रहे हैं कि मैं कर नहीं मरना चाहता, मैनू अज ही मार दो, है कहना। उन्होंने भी समझा के मैं भेजा है कि तू वेच दे, तू ऐ ना फिक्र कर कि मैनू लगता घाटा होया, तेरा एक कर्जा सिर पे खत्म होगा, तेरी जिंदगी 5 साल और बढ़ जाएगी, परिवार बढ़ जाएगा। शर्म मत खाओ कि दोस्त क्या कहेंगे। इस हमाम में सब नंगे हैं, चोर ओयो जरा पकड़ा गया, बाकी की चोरी चल रही है। तो इस करके शर्म मत कर, और जो इनसे तेरे को शर्म है वो तेरे दोस्त ही नहीं है। वो जो आके तेरे पास बैठ जाए जमीन में एक कप चाय पी ले, वही तेरे दोस्त है। इसी बहाने तो ये भी पता चल जाएगा कि मेरे रियल दोस्त कौन है, कौन रिश्तेदार है, कौन नहीं है। सर आजकल ये चल रहा है मेरा, और ज्यादातर मैं आजकल स्क्रीन करता हूँ मेरे असिस्टेंट के थ्रू कॉल्स को, और स्क्रीन करके उनको मैंने फोन पे समझाना शुरू कर दिया, बजाय वो बेचारे इतनी दूर से आए फिर मैं यही डायलॉग बजा के भेजूं। तो आजकल मेरे साथ ये चल रहा है बॉस। इवन बिल्डर्स के साथ रिक्वेस्ट मेरे को इतनी बढ़ गई है कि मेरी पेमेंट लेट करवा दो, पेमेंट लौटा दो। मैंने 10 12 15 लोगों की करवाई, अलग अलग बिल्डरों से रिक्वेस्ट डाल के 3 6 महीने। अब मैं देख रहा हूँ पिछले 1 महीने से बिल्डरों ने सख्ती से मना कर दिया है कि बिल्कुल हम एक्सटेंशन नहीं करेंगे, बिकॉज वी आर ऑल्सो इन ट्रबल। उन्होंने एक ओपन लेटर भेज दिया है कि हमें रिक्वेस्ट भी नहीं करना आपने, 1-2 बिल्डरों को छोड़ के बाकी ने ईमेल डाल दी है, मेरे को रिक्वेस्ट कर दी है, आप हमें अप्लाई भी नहीं करोगे। अपने क्लाइंट को बोल दो कि वो डायरेक्ट हमें अप्लाई कर दे, हम उसका जवाब ही नहीं देंगे, हम एक्सटेंशन दे ही नहीं रहे आपको, बात खत्म हो गई जी। एक्चुअली हाँ जी सॉरी ये मूंगा जी। नहीं मैं तो सिर्फ यही कहना चाह रहा सीगा, ਤੁਸੀਂ सही कह रहे हो, क्योंकि ਜਿਹੜੀਆਂ ਫਿਗਰਸ ਨੇ ਬੜੀਆਂ परसेंटेज वाइज ਜਿਹੜੀਆਂ ਨੇ ਪੀਕੇ ਜੀ ਤੁਹਾਡੇ ਕੋਲ ਜਿਵੇਂ ਲੋਕ ਆ ਰਹੇ ਨੇ, ਮੇਰੇ ਖਿਆਲ GTA ਜਿਹੜਾ ਏਰੀਆ ਹੈ, ਕਿਉਂਕਿ ਅਸੀਂ ਇਸ ਏਰੀਆ 'ਚ ਬੈਠੇ ਹਾਂ, ਉੱਥੇ ਜ਼ਿਆਦਾ ਬੈਂਕਰਪਸੀ ਜਾਂ ਪ੍ਰਪੋਜ਼ਲ ਜ਼ਿਆਦਾ ਆਉਂਦੇ ਨੇ, ਜਾਂ ਬ੍ਰਿਟਿਸ਼ ਕੋਲੰਬੀਆ ਜਿਹੜਾ ਹੈ ਉਹਦੇ 'ਚ ਜ਼ਿਆਦਾ ਆਉਂਦੇ ਨੇ। ਅਲਬਰਟਾ 'ਚ ਵੀ ਹੈਗੇ ਨੇ, ਐਕਚੁਅਲੀ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਅਲਬਰਟਾ, ਓਨਟਾਰੀਓ ਤੇ BC, ਇਹ 3 ਜਿਹੜੇ ਨੇ ਕਾਫੀ ਨੇ। क्यूबेक सब तो ज्यादा, अच्छा सॉरी मैं सामने लेके बैठा हुआ रिपोर्ट, बट मैं टोटल से मैं वैसे गल करना चाह रहा थी जी। पिछले साल बैंकरप्सियां हुई 89,421, इस साल हुई 1,06,756, मतलब 31 मार्च तो 31 मार्च 2023 कुछ इस तरह दी फिगर्स ने जड़ियां एक्चुअल पईयां ने। सो बेसिकली परसेंटेज वाइज तो बहुत वड्डी चीज लगती पई है, ठीक है जी, लेकिन पूरे कैनेडा 17,335 ज्यादा हुई ने पिछले साल पूरे कैनेडा। तो बैंक ऑफ कैनेडा इनू नहीं देखेगा, मैं ये कहना चाह रहा। मैं प्रपोजल इस तो 3 गुना ज्यादा ने सर, बैंकरप्सी हुई ने, पर प्रपोजल तो देखो 50,000 के करीब पहुंच गए ने प्रपोजल्स, राइट। लेकिन सॉरी टू इंटरप्ट, लेकिन मैं कह रहा सीगा जी हो गया की गल नहीं कर रहा, जी होन की उम्मीद हो रही है, मैं गल कर रहा कि 24 जी हुण उम्मीद है ज्यादा वधन की, वो डर की मैं गल कर रहा। बिल्कुल देखन तो दिओ ना, सानू देखन तो दिओ। बैंक ऑफ कैनेडा ने तो डिजास्टर चाहिए ना, इंटरेस्ट रेट थल्ले ले आ रहा है। अच्छा एक गल और देखो, कई बार मेरे को आंदे ने क्लाइंट कह लो या जान कह लो या कुछ आंदे ने, क्योंकि साढ़े 2-3 ग्रुप ने जेडे की इन्वेस्टर ग्रुप ने जेडे देंदे ने कि मेरे को आप $1,00,000 दे दो मैं बच जाऊंगा। हम कहते हैं कि मुझे प्रूव करके दिखा दो तुम बच जाओगे, तुम्हें दे देंगे। तुम 1,00,000, हालत इतना खराब है, इतनी हालत खराब है कि जो तुम $1,00,000 मांग रहे हो, कई बार तो यहाँ भी आते हैं $20,000 दे दो हम बच जाएंगे। मैं कहता हूँ ये $20,000 जो है ना, ये तेरे 2 महीने की पेमेंटें हैं, 2 महीने के बाद का तो दे दे, अपना पूरा बजट बना के दे दे, कैसे बचेगा। देखो अगर मेरा $20,000 या मेरा $1,00,000 तेरे को बचा रहा है, मुझे उसका पूरा एक प्रपोजल बना के दे दे, हम तुझे दे देते हैं। लेकिन अगर तू $1,00,000 इसलिए मांग रहा है कि मेरे 4 महीने और चल जाए, मुझे 4 महीने बाद क्या करेगा मुझे ये बता दे, हम नहीं देते, है ना। ये वो बात हो गई, ये बात होगी ब्रेन की सर्जरी की जरूरत है, और उसको तुम इसको ये कह रहे हो कि जी इसको ग्लूकोज दे दो थोड़ा और सर्वाइव कर जाएगा। और ये बताओ कि उसको कैसे दोबारा ट्रैक में लाते हो, उसकी सर्जरी कामयाब कैसे करते हो, उसको पर हम 1 मिलियन खर्च कर देंगे। लेकिन तुम उसको ग्लूकोज देने के लिए बोल रहे हो जबकि उसकी इतनी इंपॉर्टेंस नहीं है, तो नहीं देंगे। तो यहाँ पर ऐसे आते हैं, वो कई बार बड़े जबरदस्त बड़े बिजनेसमैन भी आए हैं कि जी हमें एक शॉर्ट टर्म कहीं से $1 मिलियन दिलवा दो। जब उनका टोटल इम्पैक्ट देखते हैं उस बिजनेस का, उस बिजनेसमैन का, तो उसको हम कहते हैं तू तो समुंदर है, तू एक कुएं से कह रहा है कि मुझे पानी दे दे। तेरा अगर तू कुआं होता तो तुझे मिल जाते पैसे, लेकिन समुंदर है, तेरे अंदर 1 मिलियन जाते नजर ही आना कहाँ चला गया। तूने 4 महीने बाद फिर कहना 1 मिलियन और दे दो, तो तू तो भाई अपनी प्रॉपर्टियां बेच
बिजनेस के अंदर भी प्रॉपर्टियां बेच और अपने आप को रास्ते में ले आ। पर कई लोग इसलिए नहीं बेचते क्योंकि उनको दिखावा बड़ा पसंद है, बड़े बड़े दिखावे कर रहे हैं। अब वो दिखावे में उनकी बेइज्जती ना हो जाए कहीं, ये बेइज्जती उनको ले मारेगी, डूब मारेगी। ये बड़ी टिपिकल सिचुएशन है जो मैं हर रोज फेस करता हूँ सर, हर रोज। कई बार मेरे से नाराज भी हो जाते हैं, तुम हमें 20,000 भी नहीं दे सकते, 100% दे सकते हैं, पर मुझे पता चले कि तुम सर्वाइव हो सकते हो उससे, ये मुझे कन्विंस कर दे। तू वो कर नहीं पाते कन्विंस, वो एक एक दिन 2-2 दिन की कहानियां मार रहे हैं। हमें चाहिए लॉन्ग टर्म, हमें चाहिए लॉन्ग टर्म। और मैं आपको अपनी बात बता दूं, सबके सामने आज मैं इस बात को डिक्लेयर कर देता हूं सर। 2004, 3 या 4 बहुत बड़ा मेरा घर था क्रेडिट व्यू रोड के ऊपर, क्रेडिट व्यू रोड के ऊपर घर था 47 पता नहीं 15। अचानक थोड़ी स्ट्रगल का टाइम आया, मुझे मॉर्गेज में लेता नहीं होता, मॉर्गेज लेने की जरूरत पड़ गई। मैंने वाइफ को बोला नहीं लेना, कहते क्या करो, मेरे का घर बेच दो। मैं क्रेडिट व्यू का घर बेचकर इतना बड़ा 5 बेडरूम्स 4 वाशरूम्स ये वो फलांडिया, मैं 3880 ड्यूक ऑफ यॉर्क यूनिट 1506 नोट कर लीजिए, मैं वहां चला गया, अपार्टमेंट में चला गया मैं। और लोगों को मैंने क्या कहना शुरू कर दिया, जिसने कहा लड़की की शादी हो गई है, लड़का यूनिवर्सिटी चला गया, मुझे इतने बड़ की जरूरत क्या है। सर जरूरत ये थी कि मैं कर्जा नहीं लेना चाहता था और मैं छोटे घर में चला गया। क्या शर्म है मुझे बता दो। और यार इतने बड़े घर को बेच के तो छोटे से अपार्टमेंट में चला गया हूँ, कोई शर्म है क्या। मैं अपने ऊपर अमल करता हूँ, प्रूफ है, आप मांगोगे गूगल कर लो, प्रूफ देख लो, ये मैं आपको दोनों एड्रेस दे देता हूँ। मैंने इस सन में वो बेचा था, छोटे में चला गया था क्योंकि कर्जा नहीं मैंने लेना था। राइट, शर्म की बात ही नहीं। बल्कि एक बात बताऊँ आपको, मजा बड़ा आया सर। हमारा दूसरा हनीमून शुरू हो गया कई सालों के बाद, क्योंकि वो ड्यूक ऑफ यॉर्क उतरते थे, सामने IMAX थिएटर था, वहाँ पिक्चर देख लेते थे, स्क्वायर वन में घूम लेते थे। शाम को मैं बोलता था वाइफ को मैं आ रहा हूँ, तू भी बाहर आ जा, चलो डिनर करते जाते हैं। बेटी की शादी हो चुकी थी, बेटा यूनिवर्सिटी जा चुका था, क्या हमने बढ़िया जिंदगी बिताई वहाँ पर 5 साल। अब जो मैं कॉन्डो अपार्टमेंट में वापिस जा रहा हूँ, आज मेरी वाइफ कहती है मुझे वही वाले दिन चाहिए जब हमने दोनों इकट्ठे बिताए थे 5.5 साल। हमने 5.5 साल वहां पर रहे थे हम लोग। तो मैं जो प्रीच कर रहा हूँ अपने ऊपर अमल भी कर रहा हूँ सर। अगर कोई बुरा मानता है तो मेरे को आते हैं कई मैसेज सर, मेरे को बहुत ज्यादा मैसेज आते हैं कि भाई तुमने ये बोला, तुमने वो बोला। और उनके लिए मैं एक बात करता हूँ, मुझसे नफरत करने वाले अजीब सा हुनर रखते हैं, मुझे सुनना भी नहीं जाते पर मुझ पे काम रखते हैं। सुन लो क्या दिक्कत है। जी 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 बिल्कुल सही। जी जी थैंक यू जी। और अच्छी बताएंगे जी अपनी अगली कॉल वाल। हाँ जी कमलेश जी, आप ऑन दी एयर हैं जी। कमलेश पांडे जी, गो हेड। यस सर, गुड आफ्टरनून, हैप्पी न्यू ईयर टू सबरवाल। हैप्पी न्यू ईयर सर, हैप्पी न्यू ईयर। हैप्पी न्यू सर ईयर। मुझे एक पंकज मोगा साहब आपसे पूछना है, जब आप फाइनेंशियल प्लानिंग पढ़े थे तो कभी आपको फाइनेंशियल हिस्ट्री ऐसी पढ़ाई गई थी? मैं एक पूछता हूँ एक जनरल क्वेश्चन कि पूरी दुनिया को इंस्टॉलमेंट वाले, हफ्ते वाले, ब्याज वाले सब में जाने का फोर्स, पीछे से फोर्स आती है, वो किसने डिजाइन किया था ये पूरा सिस्टम? आप देखो 200-300 साल पहले या 100-150 साल पहले लोग इतने नहीं तरसते थे लाइफ निकालने के लिए। आज मैं देखता हूँ कि आपकी कैपेसिटी अगर $20 की जैकेट लेने की, आप मॉल में गए हो तो उसमें लिखा होता है यू पे डाउन पेमेंट 20 एंड टेक दिस $100 जैकेट एंड टेक द $80 ऑन इंस्टॉलमेंट, राइट? तो मैंने देखा है यहाँ पे, मैं भी हफ्ते भर रहा हूँ, मेरा लड़का भी भरेगा, उसका लड़का भी भरेगा, उसका लड़का भी भरेगा। और जिस लॉबी ने ये इंटरेस्ट वाला जो पूरा माहौल एक तैयार किया, उन्होंने पूरे के पूरे कंट्री बैंकरप्ट कर दिए है। तब की जाके आप देखो तो वो कंट्री में काफी रिसोर्सेज है, फिर भी वो कंट्री बैंकरप्ट के किनारे पे आ गए। जैसे अभी पाकिस्तान का प्रॉब्लम चल रहा है, श्रीलंका का, क्या अभी इतना अच्छा पानी है, इतनी अच्छी एग्रीकल्चर है, इतनी सब कुछ है, लेकिन उनको एक इंस्टॉलमेंट में सबने डाल दिया। जैसे जर्मनी में हुआ था, जर्मनी को किसी ने, मैं वो पर्टिकुलर नाम नहीं दे सकता हूँ किसी कम्युनिटी का, नॉट गुड, किसी ने जर्मनी के पहले जब वॉर, छोटी छोटी वॉर होती थी फर्स्ट वर्ल्ड वॉर के पहले, उसके पहले जर्मनी के 16 टुकड़े हो गए थे, 16 पार्ट फ्रांस के साथ। उसके बाद वो जर्मनी एक बना, फिर वर्ल्ड वॉर फर्स्ट हुई, उसमें उसका बहुत पैसा लग गया। तो किसी एक ग्रुप ऑफ पीपल ने उन गवर्नमेंट को पैसा लैंड किया, 20%, 22%, 25%, 30%, ऐसा करके, जैसे अपने इंडिया में भी करते हैं। तो बिजनेस ग्रुप्स कभी कभी गवर्नमेंट को पगार देने के लिए पैसा देना पड़ता है, पहले के टाइम में होता था, कम हो गया। तो ये एक लॉबी तैयार हो गई है कि सबको डालो, बस इंस्टॉलमेंट में डालो। सबरवाल भी इंस्टॉलमेंट भरे, कमलेश भाई भी भरे, युजुरी भी भरे, उनके बच्चे भी भरे, वो भी भरे। तो ये मॉडल कहाँ से आया और कैसे आया, वो आपने अभी बताओ सर, आपने अभी बताया मुझे, आपने अपना जवाब दे दिया है। वो छोटे छोटे गांव थे ना सर, हमारे इंडिया में भी, पूरी दुनिया में होती हैं चीजें छोटे छोटे। वहां पे एक जमींदार होता था, एक वो
थोड़ा पैसा देता था, जमीन रखता था, उनकी जमीन अपने पास रख लेता। अभी भी चलता है, वो सारी चीजें अभी भी चलती हैं, लेकिन ये पुराने जमाने से चल रही है। ये धीरे धीरे बैंक्स ने अडॉप्ट कर लिया। ये शुरू तो बिजनेसमैन ने किया था, शुरू तो बड़े बड़े लोगों ने किया था, उन्हीं लोगों ने, लेकिन धीरे धीरे आते आते वही चीज है ये। सर वो जैसे मैं नाम नहीं लेता, कई दुकानें हैं जिसमें बहुत कुछ आता है, फर्नीचर भी आता है, अप्लायंसेस भी आते हैं, कि आपको 1 साल के बाद पैसा देना है, कोई इंटरेस्ट नहीं है, वो साइन करके आ जाते हैं और ये भूल जाते हैं कि अगर मैंने आज पेमेंट करता था तो मैं ऐसे नेगोशिएट कर लेता, 10-15% तो मैं प्राइस ही नेगोशिएट कर लेता इसके साथ, लेकिन वो उन्होंने प्राइस में कमा लिया, कह दिया कि इंटरेस्ट फ्री है, या फाइलिंग चार्जेस ले लिए $300-400 और कह दिया जी ये फ्री है इंटरेस्ट। वो कह रहा हो मैं बिना इंटरेस्ट के ले आया घर में फर्नीचर या अप्लायंसेस या कुछ भी मैं लेके आ गया, लेकिन ये भूल गया कि मैं उससे ज्यादा पैसा उसको दे चुका हूँ, मैं नेगोशिएट ही नहीं कर सका इसका जो मुझे डिस्काउंट मिलना चाहिए था, मैं नेगोशिएट ही नहीं कर सका। सही बात है सर, सही बात है। एक मॉडल हो गया है कि अमेरिका की इकोनॉमी ऐसी है कि जब तक उससे कोई ब्याज नहीं, उसको ब्याज नहीं मिलेगा कंट्री से, के रिसोर्सेज नहीं मिलेंगे तब तक वो छोड़ेगा नहीं। जैसे पहले के जमाने में क्या था, गांव में एक बनिया रहता था बस, बाकी वो बनिया सब गांव वालों को गरीब रखता था, चाहे कितना भी खेती हो जाए, कोई कुछ भी कर ले, बस वो इंटरेस्ट पड़ा लेता था सबसे। तो ये सिस्टम बहुत खतरनाक सिस्टम है, इससे बच तो नहीं सकते, लेकिन सेफली तो चल ही सकते हैं। मुझे ये कहना है, बच नहीं सकते लेकिन सेफली चल सकते हैं अगर आप जैसे एक्सपीरियंस के लोगों की एडवाइस मानेंगे तो, वरना तो गए काम से है अगर आपने गलत साइन कर दिया, गलत। क्योंकि मैंने देख लिया कि मैं कितने भी 4-4 जनरेशन से सबको मिलता हूँ, जो यहाँ पे 4-4 जनरेशन से मेरे अंकल आए थे, मेरे वो 72 ईयर्स 75 ईयर्स के वो आए थे, वो है, फिर मेरा बड़ा भाई है, फिर उसका लड़का है, फिर उसकी लड़की भी है जो अभी इंस्टॉलमेंट भरती है। 4-4 जनरेशन से लोग इंस्टॉलमेंट भरते। बड़ा सर कर्जा जीने नहीं देता, सिंपल सी बात है। मैं ये इसको बहुत प्रीच करता हूँ, बहुत बोलता हूँ, एक लिमिट तक छोटा सा कर्जा ठीक है, उसके बाद कर्जा कभी भी जीने नहीं देगा, आपको कभी भी तरक्की नहीं करने देगा, आपको टाइम के हिसाब से नीचे ही लेके आएगा। किसी को 1 साल में, किसी को 2 साल में, किसी को 10 साल में, किसी को 15 साल में नीचे लेके आना ही आना है। उसके साथ 2 परेशानियां होंगी उस बंदे के साथ, एक तो उसने नीचे आना ही आना है, एक कर्जे के चक्कर में उसने अपना लाइफ स्टाइल को ऊपर कर लिया, और जब उसका लाइफ स्टाइल नीचे आएगा तो मरने लायक बात हो जाएगी। ये बात माननी पड़ेगी सबको। कर्जा के बिना आप चल ही नहीं सकते हो ना, इन लोगों ने सिचुएशन ऐसी कर दी कुछ नहीं सर, मैंने एक लिमिट तक बोला है, मेरे भी पास कर्जे हैं सर, हमारे पास ये जो इन्वेस्टमेंट प्रॉपर्टीज है उसमें हमने भी कर्जे ले रखे हैं, पर मुझे ये पता है कि आज मैं एक प्रॉपर्टी बेच दूंगा तो 4 और प्रॉपर्टी के मैं कर्जे उतार दूंगा। इस एक लिमिट तक होना चाहिए ना सर, जिसको कि आप डाइजेस्ट कर सकें, हजम कर सकें। एक्चुअली कोलेस्ट्रॉल, गुड कोलेस्ट्रॉल, बैड कोलेस्ट्रॉल, गुड डेट बैड डेट रहता है। बिल्कुल बिल्कुल, ये गुड डेट एंड बैड डेट वाली बात है सर। अगर आप घर खरीद रहे हैं, अपने रहने के लिए खरीद रहे हैं और मॉर्गेज पे खरीद रहे हैं, दिस इज कॉल्ड ए गुड डेट, बट डिसीजन सही होने चाहिए आपके। लेकिन अगर आप कॉफी पीने जा रहे हैं टिम हॉर्टन पे और आपने क्रेडिट कार्ड पे पेमेंट ले रही है और उस क्रेडिट कार्ड की आपने फुल पेमेंट नहीं की है एंड में जाके, तो दैट्स अ बैड डेट एक्चुअली। वो कॉफी तो पॉइजन है आपके लिए, क्यों पी रही समझ नहीं आई। वही सिस्टम जो 22-25% वाली किसने शुरू की वो मुझे जानना था। कहीं वो तो आपके गलियों में रहने वाले जमींदारों ने शुरू की है। ये पूरी जिसकी वजह से एक इस्लाम रिलीजन उसमें लिख दिया कि ब्याज देना लेना हराम है। क्यों? क्योंकि हराम है, हाँ, बहुत प्रॉब्लम है, इसके लिए उन्होंने किया था। वो समाज सुधारक है ना, खुद तो सबको सुधारना। सर मेरे पास आते हैं सर, मैं बताऊं, अप्रिशिएट करता हूं, मेरे पास मुस्लिम कम्युनिटी के कुछ लोग आते हैं जो कट्टर हैं कि हमने ब्याज नहीं लेना। सर इतने जबरदस्त खुश हैं, मियाँ बीवी को देख के इतना मजा आता है, बच्चों के साथ, बच्चे पढ़ लिख गए हैं, घर नहीं ले पाए या छोटे से घर में बड़े घर में नहीं जा पाए, पर कर्जा नहीं लेना हमने क्योंकि कर्जा हराम है। सर दिल खुश होता है उनको देखकर, चाहे वो रिलीजियस पॉइंट ऑफ व्यू से कह लो, जैसे मर्जी कह लो, मुझे सबसे ज्यादा खुश वही लोग नजर आए। मैं क्या बताऊं, मैं अभी नाम भी ले लेता हूँ। एक है, वो तो मुझे भाई बोलती है, इरफाना नाम है उस लेडी का, उसकी 2 लड़कियां डॉक्टर है, एक लड़की का हस्बैंड भी डॉक्टर है। अब वो घर से बड़े घर में जा रही है, पता कैसे, कि अब मैं बिना मॉर्गेज के अब मैं बड़ा घर ले सकती हूँ, छोटा घर भी बिना कर्जे के उसके पास। बताइए आप, तो ऐसा भी है, एक लिमिट तक कर्जा चलेगा, आटे में नमक चलेगा। जब आप नमक ही नमक कर लेते हो तो वो कर्जा नहीं है, डिजास्टर है। छोटे छोटे देश सब कर्ज में डूब गए, छोटे छोटे कंट्री देखो कितने बिलियंस कहाँ गए उनके रिसोर्सेज पैसे, बड़ा प्रॉब्लम है। थैंक यू सर, नाइस टॉकिंग टू यू। थैंक यू। हाँ जी, अगली कॉल जी, गिरीश जी आप ऑन द एयर, गो अहेड। हेलो, नमस्कार जी, पीके जी। नमस्कार सर। पंकज जी, गिरीश जी। पंकज जी, आप
बहुत खुश हूँ। अगर मैं काश आपके पास होता ना, आपकी पीठ जरूर थपथपाता। मुझे पता है मेरा इतना हाथ लंबा नहीं है। आज आपने सारी बातें बिल्कुल सही की है जी। अच्छा, जहाँ तक हाँ जी आज मैं आपसे पूरा सहमत हूँ। इंटरेस्ट रेट जुलाई जून के वैसे कुछ नहीं बढ़ने वाला, और जो भी पॉइंट है रिपीट नहीं करना चाहता हूँ मैं, लेकिन आज मैं आपसे 101% बिल्कुल सहमत हूँ। दूसरा पंकज जी, अभी देखिए लोगों की स्टेटमेंट आएगी इस साल की। आप मुझे जरा ये बताइए कि जो अपनी स्टेटमेंट देखें, जो मैंने इन्वेस्ट किया है, तो वो उनकी कितनी आपके मिनिमम ग्रोथ वाला जो सबसे डरा हुआ आदमी हो, जो सबसे ज्यादा एग्रेसिव हो, उसकी कितनी जस्ट अप्रॉक्सीमेट रेट ऑफ। देखिए, मैं सिर्फ एक साल की बात करूंगा, ठीक है? हाँ जी, जनवरी फर्स्ट, लेट्स से कि आपने जनवरी फर्स्ट को इन्वेस्ट किया था, बिल्कुल ठीक है, 2023 में, और 31 दिसंबर 2023 आप एक साल का देख रहे हैं। क्योंकि मैं इसलिए नहीं ये फिगर आपको ऐसे देना चाहता, किसी ने अगर 2021 में किया था या 22 में किया था, तो उसने जहां पे इन्वेस्ट किया था, हो सकता है उसकी 23 की सारी चीज, लेट्स से कि 22 जून में किया था, तो 31 दिसंबर को वैसे ही माइनस में बैठा हुआ था। तो इस साल उसका 10% भी आया अगर 23 में, तो वो वैसे ही प्लस 5 या 6 में ही बैठा होगा सिर्फ, क्योंकि उसने पहले वाला रिकवर किया है। इसलिए मैं एग्जांपल वो देना चाहूंगा। 1 जनवरी 2023 से 31 दिसंबर 2023, ये साल में अगर आपने इन्वेस्ट किया था, और अगर आप बैलेंस प्रोफाइल में थे, लेट्स से, मतलब आपने 50% रिस्क लिया था, 50%, मैं ऐसे बेसिक सा बता रहा हूँ कि आधा रिस्क में था, आधा आपने सेफ रखा था, तो आपकी जो एवरेज निकलनी चाहिए इस वक्त, वो लगभग 6 से 7% की निकलनी चाहिए पिछले साल की। लेकिन अगर आप पिछले साल 1 जनवरी से मैं भी बात कर रहा हूँ, अगर आप अग्रेसिव गए थे और अच्छी तरह इन्वेस्ट हुआ था, और मैं ये स्टॉक की बात नहीं कर रहा हूँ, मैं फंड्स की बात कर रहा हूँ। स्टॉक तो बहुत ही अलग है, स्टॉक तो आपने जो चूज किए थे उस हिसाब से चला है। अगर आपने अच्छे फंड चूज किए थे और अग्रेसिव बैठे हुए थे, तो पिछले साल की, अगर आप कोई इस पे अगर विश्वास ना हो, तो मैं मेरे पास फिर अपॉइंटमेंट ले लेना, मैं अपना पोर्टफोलियो खोल के दिखा दूंगा सर। 19% की रिटर्न है, 19% की रिटर्न पिछले साल की। सो डिपेंड करता है कि आप किस तरह की इन्वेस्टमेंट में गए थे। सो मैंने 6-7 से लेके 19% के बीच की बताई है। इसके बीच में कहीं भी हो सकते हो, लेकिन डिपेंड करता है आपकी प्रोफाइल क्या है पिछले साल। हाँ जी, हाँ जी, ठीक है जी, मगर थैंक यू सो मच। हाँ जी, इतना ही तो कम से कम होना ही चाहिए। अच्छा, दूसरा सबरवाल साहब, देखिए जब आपको याद होगा जब उधर किचनर, वाटरलू, इधर कुछ 2-3 साल पहले है ना, इधर खरीदे, तो मैंने आपको यही फोन किया था। मैंने पूछा था उधर कौन सी इंडस्ट्री आ रही है, वहाँ क्या हो रहा है। लोगों ने किचनर, वाटरलू, ग्रीन्समी, यहाँ तक कि उधर बहुत दूर उधर झुमरी तलैया, वहाँ तक बेच दिया, खरीद लिया। अब देखो सबका वही बुरा हाल है, राइट सभी। हाँ जी, ये तो सब स्पेकुलेशन। बिल्कुल ठीक कह रहे हैं आप। एक्सेस ऑफ एवरीथिंग इज बैड। इतना ज्यादा अभी भीड़ के पीछे मत भागो की तरह से। अगला बंदा तो किसी और पर्पज से भाग रहा था, उन्होंने सोचा वो घर लेने जा रहा है, उसके पीछे लाइन लग गई। ऐसा काम वहाँ पर हो गया था कि लाइन के पीछे लाइन लग गई थी। लेकिन मैं जिसे कहते हैं, हर चीज अगर एक कायदे से की जाए वो खुश है। नहीं तो अभी वहाँ पर कई जगह रेंट में भी नहीं चढ़ रहा, कई जगह पर किराएदार नहीं मिल रहे, कई जगह वो रहना, जिसे कहते हैं, आपको याद होगा, मैं सिटी का नाम लेना चाहता हूँ, उसके पास ही आगे जहाँ पर मैंने कहा था 10 साल आपको वेट करना पड़ेगा उस सिटी को तरक्की में लाने के लिए, लाइन पे लाइन लग गई। अब वो कहते हैं जी हमें दिल नहीं लग रहा है यहाँ पर कोई आस्था तरक्की नहीं हो रही, क्योंकि इस बात को अभी 4-5 साल हुए हैं, 10 साल तो हुए ही नहीं, और 5-7 अभी और लगेंगे। कई बातों का ध्यान रखना पड़ता है। यू आर वेरी राइट सर। आपका एक पॉइंट होता है, ये प्रोग्राम बहुत लोग सुनते हैं, सरकार वाले भी सुनते हैं, अपने प्रधानमंत्री जी बहुत लोग भी सुनते हैं। तो यहाँ पे पता है कि आप देखिए कितना बढ़िया विचार डाला था इतने युद्धवीर जी ने। लोग यही सुने तो बड़े विचार मिल जाते हैं। युद्धवीर जी ने अपना प्लान दिया, वहाँ स्टोनी क्रीक से उधर तक एक ना लेक पे बना दो हाईवे। है जी, मैंने तो उसमें ये बोला कि उस पर आप एक सिंगल नहीं डबल लेयर लगा दो। 1857 में प्रयागराज में ना वो यमुना नदी के ऊपर एक पुल बना था अंग्रेजों का, उस पर ट्रेन चलती है इधर नैनी और उधर इलाहाबाद को उधर से यमुना नदी पे क्रॉस करती है। पुराना ब्रिज, उस पर ट्रेन भी चलती है और गाड़ियाँ भी चलती हैं। तो ऐसा कुछ यहाँ पे विजन ये कभी बनेगा, कभी इधर लेक पे? सर क्या बनेगा, आज देखो, फिर आज की न्यूज ही सुन लो। अब सबसे पहले वाई मीडिया में आ चुकी है, मुझे लगता है, जो उन्होंने आज बजट के अंदर कहा है कि 9% प्रॉविडेंट टैक्स बढ़ा रहे हैं, प्लस 1.5% लेवी, 10.5, और अगर सरकार ने 250 मिलियन नहीं दिए, ये जो और रिफ्यूजी ला रहे हैं, तो 6% और टैक्स बढ़ जाएगा हमारे ऊपर। यानी कि ये क्या हरकतें हैं, मुझे बता दो आप, ये क्या हो क्या रहा है? बिल्कुल, अब आपने ये पॉइंट छुआ, ये तो मैं ये भी बता दूं कि ये स्कूल को पैसा
को देने को पैसा नहीं है, यूनिवर्सिटीज़ के पास पैसा नहीं है, वो कहते हैं कि 5-10% वो बढ़ाने की सोच रहे हैं, तो क्या बच्चे पढ़ेंगे, क्या लिखेंगे, क्या आगे क्या होगा? अस्पतालों का तो बुरा हाल है। अब कल को कोई डॉक्टर थोड़ी, कोई बाहर से कोई ग्रोसरी स्टोर में थोड़ी बैठा डॉक्टर की वहाँ से खरीद के ला के यहाँ बैठा दो। आज से तैयारी करोगे तो बच्चा पढ़ेगा तो कल को डॉक्टर बनेगा, राइट? एनीवे, आपको बहुत वक्त ले लिया आपका, थैंक यू सो मच, ऐसे भी दे रहोगे। थैंक यू सर गिरीश जी। ਹਾਂਜੀ ਥੈਂਕ ਯੂ गिरीश जी। ਨੈਕਸਟ ਕਾਲ ਜੀ ਤੇਜਿੰਦਰ ਸਾਹਿਬ, ਤੁਸੀਂ ਆਉਂਦੇ ਰਹੋ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਤੇਜਿੰਦਰ ਜੀ। ਹਾਂਜੀ ਆਪਣੇ ਪੀਕੇ ਜੀ, ਮੇਰਾ ਸਵਾਲ ਹੈ ਜਿਹੜਾ ਟੈਕਸ ਵਧਾ ਰਹੇ ਟੋਰਾਂਟੋ ਦੇ ਵਿੱਚ, ਤੇ ਆਹ ਵਧਣ ਤੋਂ ਬਾਅਦ ਫਿਰ ਜਿਹੜੇ ਲੈਂਡ ਆਪਣੇ ਲੈਂਡਲੋਰਡਸ ਹੈਗੇ ਆ, ਚਲੋ ਵੈਸੇ ਵੀ ਉਹ ਤਾਂ ਤੰਗ ਹੈਗੇ ਆ, ਇੰਟਰਸਟ ਰੇਟ ਵਗੈਰਾ ਜ਼ਿਆਦਾ ਹੋਣ ਕਰਕੇ ਕਾਫੀ ਮੇਰੇ ਖਿਆਲ ਬ੍ਰੇਕ ਈਵਨ ਨਹੀਂ ਹੋ ਰਿਹਾ ਹੁਣ ਉਹਨਾਂ ਦਾ ਆਲਰੇਡੀ, ਜੇਬ ਦੇ ਵਿੱਚੋਂ ਪੈਸੇ ਪੈ ਰਹੇ ਮਾਰਗੇਜ ਚ, ਰਾਈਟ? ਤੇ ਹੁਣ ਉਹ ਅੱਗੇ ਫਿਰ ਰੈਂਟ ਚ ਇਹਨੂੰ ਇਨਕਰੀਜ਼ ਕਰਕੇ ਵਾਪਸ ਲੈਣ ਦੀ ਕੋਸ਼ਿਸ਼ ਕਰਨਗੇ। ਬਿਲਕੁਲ ਠੀਕ ਗੱਲ ਹੈ, ਬਿਲਕੁਲ ਠੀਕ ਗੱਲ ਹੈ। ਉਧਰੋਂ ਨਹੀਂ ਤੇ ਉਧਰੋਂ ਮੈਂ ਡੈਂਟਿਸਟ ਦੀ ਇੱਕ ਗੱਲ ਦੱਸਾਂ। ਡੈਂਟਿਸਟ ਕੀ ਕਰਦਾ ਹੈ, ਜਿਸਕਾ ਤੁਹਾਡੇ ਦੰਦ ਦੇ ਉੱਤੇ ਕੰਮ ਕਰ ਰਿਹਾ ਹੁੰਦਾ ਨਾ, ਤੇ ਤੁਸੀਂ ਤੁਹਾਡਾ ਧਿਆਨ ਹੁੰਦਾ ਦੰਦ ਵੱਲ, ਹਾਏ ਹਾਏ ਦਰਦ ਤੁਸੀਂ ਕਰ ਰਹੇ ਹੁੰਦੇ ਹੋ, ਉਹ ਦੂਜੇ ਪਾਸੇ ਨਾ ਤੁਹਾਡੇ ਪੈਰਾਂ 'ਚ ਚੂਟੀ ਕਰਦਾ ਜ਼ੋਰ ਦੀ, ਤੇ ਤੁਹਾਡਾ ਧਿਆਨ ਦੰਦ ਤੋਂ ਹਟ ਕੇ ਪੈਰ ਵੱਲ ਚਲਾ ਜਾਂਦਾ, ਉਹ ਆਪਣਾ ਦੰਦ ਦਾ ਕੰਮ ਕਰ ਜਾਂਦਾ। ਹਾਂਜੀ, ਮੇਰੀ ਗੱਲ ਸਮਝਿਓ, ਦਰਦ ਦੂਜੀ ਜਗ੍ਹਾ ਉੱਥੇ ਮਾਰਤੀ ਉਹਨੇ। ਨਾਲੇ ਕਹਿ ਰਿਹਾ ਵੀ ਰੈਂਟਸ ਵਗੈਰਾ ਹੁਣ ਘਟ ਰਹੇ ਅੱਗੇ ਨਾਲੋਂ, ਬਈ ਸੇਮ ਰੈਂਟ ਤੇ ਉੱਤੇ ਪ੍ਰੋਪਰਟੀ ਚੜ ਨਹੀਂ ਰਹੀ ਹੈ। ਹੋਏਗਾ ਨਹੀਂ ਦੇਖ ਲੈਣਾ, ਕਿਉਂਕਿ ਅਗਰ ਖਰਚਾ ਵਧੇਗਾ, ਇਟ ਇਜ਼ ਆਲ ROI, ਰਿਟਰਨ ਔਨ ਇਨਵੈਸਟਮੈਂਟ, ਇਟ ਇਜ਼ ਆਲ ਦੈਟ। ਰੈਂਟ ਕਿਉਂ ਵਧੇ ਸੀ? ਕਿਉਂਕਿ ਘਰ ਮਹਿੰਗੇ ਹੋ ਗਏ ਸੀ, ਵਿਆਜ ਮਹਿੰਗੇ ਹੋ ਗਏ ਸੀ। ਹੁਣ ਜਿਹਨੂੰ ਕਹਿੰਦੇ ਨੇ, ਜਿਸ ਤਰ੍ਹਾਂ ਹੀ ਖਬਰਾਂ ਆਈਆਂ ਨੇ ਇੰਟਰਸਟ ਘਟੇਗਾ, ਰੈਂਟ ਰੁਕ ਗਏ ਜਾਂ ਮਾਮੂਲੀ ਘਟ ਗਏ, ਲੇਕਿਨ ਇਹ ਚੀਜ਼ਾਂ ਰੈਂਟ ਫਿਰ ਵਧਾਉਣਗੇ, ਕੋਈ ਰੋਕ ਹੀ ਨਹੀਂ ਸਕਦਾ। ਠੀਕ ਹੈ ਸਰ। ਮੇਰਾ ਦੂਸਰਾ ਸਵਾਲ ਪੰਕਜ ਜੀ ਨੂੰ ਆ। ਪੰਕਜ ਜੀ, ਜਿਵੇਂ ਇੰਟਰਸਟ ਰੇਟ ਵਗੈਰਾ ਹੁਣ ਦੁਬਾਰਾ ਘਟਣ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ, ਤੇ ਜੇ ਘਟਦੇ ਆ, ਚਲੋ ਰਾਹਤ ਸਾਰਿਆਂ ਨੂੰ ਮਿਲੇਗੀ, ਹਰੇਕ ਦੀ ਮੌਰਗੇਜ ਦੇ ਵਿੱਚ ਕਾਫੀ ਹਾਰਡਸ਼ਿਪ ਹੋ ਰਹੀ ਹੈ ਸਾਰਿਆਂ ਨੂੰ, ਰਾਈਟ? ਤੇ ਉਹ ਤਾਂ ਚਲੋ ਫਾਇਦਾ ਹੋਏਗਾ, ਪਰ ਉਹਦੇ ਨਾਲ ਮਾਰਕੀਟ ਫਿਰ ਦੁਬਾਰਾ ਉਵੇਂ ਫੋਮੋ 'ਚ ਨਹੀਂ ਆ ਜਾਏਗੀ ਜਿਵੇਂ ਪਹਿਲਾਂ ਸੀ, ਜਿਹਦੇ ਕਰਕੇ ਇਹਨਾਂ ਨੂੰ ਵਧਾਉਣਾ ਪਿਆ ਸੀ। ਸਰ ਦੇਖੋ, ਇਹੀ ਚੀਜ਼ ਉਹ ਬੜੇ ਧਿਆਨ ਰੱਖਣਗੇ। ਪਹਿਲਾਂ ਵੀ ਇਹੀ ਸਿਚੁਏਸ਼ਨ ਆਈ ਸੀ ਜਦੋਂ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਅਸੀਂ ਰੋਕਦੇ ਪਏ ਹਾਂ, ਪ੍ਰੋਪਰਟੀ 'ਚ ਕਾਫੀ ਬਵਾਲ ਪੈਦਾ ਹੋ ਗਿਆ ਸੀਗਾ, ਮਤਲਬ ਆ ਗਿਆ ਸੀਗਾ। ਬਿਲਕੁਲ ਠੀਕ ਹੈ। ਤਾਂ ਇਹ ਉਹਨਾਂ ਨੇ ਦੁਬਾਰਾ ਵਧਾਉਣੇ ਹੀ ਐਸੇ ਵਾਸਤੇ ਸ਼ੁਰੂ ਕੀਤੇ ਸੀ ਕਿਉਂਕਿ ਇਹ ਪ੍ਰੋਪਰਟੀ ਸਭ ਤੋਂ ਵੱਡਾ ਇਸ਼ੂ ਸੀਗਾ ਉਸ। ਸੋ ਆਈ ਡੋਂਟ ਥਿੰਕ ਸੋ ਕਿ ਇਹ ਜੀ ਉਹ ਸਿਚੁਏਸ਼ਨ ਹੁਣ ਦੁਬਾਰਾ ਆਉਣ ਦੇਣਗੇ, ਔਰ ਐਸੇ ਵਾਸਤੇ ਮੈਂ ਹਲੇ ਵੀ ਕੌਸ਼ੀਅਸ ਹਾਂ। ਮੈਂ ਜਲਦੀ ਦੀ ਡੇਟਸ ਇਸ ਵਾਸਤੇ ਵੀ ਨਹੀਂ ਦੇਣਾ ਚਾਹ ਰਿਹਾ ਕਿਉਂਕਿ ਮੈਨੂੰ ਪਤਾ ਹੈ, ਮੈਨੂੰ ਇਹ ਦਿਖਦਾ ਪਿਆ ਹੈ ਕਿ ਅਗਰ ਕਿਸੇ ਤਰ੍ਹਾਂ ਵੀ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਖੜੀ ਹੋਈ ਕਿ ਵਧਣੇ ਸ਼ੁਰੂ ਹੋ ਗਏ ਤਾਂ ਫਿਰ ਉਸ ਲਈ ਉਹਨਾਂ ਨੂੰ ਫਿਰ ਦੁਬਾਰਾ ਤੋਂ ਮਾਰਨਾ ਪਏਗਾ। ਸੋ ਉਸ ਚੀਜ਼ ਤੋਂ ਬਚਣਾ ਚਾਹ ਰਹੇ ਨੇ ਕਿ ਦੁਬਾਰਾ ਮਾਰਨਾ ਨਾ ਪਵੇ, ਇੰਟਰਸਟ ਰੇਟ ਦੁਬਾਰਾ ਨਾ ਵਧਾਉਣਾ ਪੈ ਜਾਵੇ ਘਟਾ ਕੇ। ਸੋ ਹੁਣ ਉਹ ਬੜੇ ਕੌਸ਼ੀਅਸਲੀ ਘਟਾਉਣਗੇ, ਚਾਹੇ ਇਕੋਨੋਮਿਸਟ ਕਹਿੰਦੇ ਰਹਿਣ ਜੀ ਇਹ ਕਰ ਦੇਣਗੇ ਜੀ ਉਹ ਕਰ ਦੇਣਗੇ, ਜਦੋਂ ਤੱਕ ਅਸੀਂ ਇਹ ਨਹੀਂ ਦੇਖਾਂਗੇ ਕਿ ਅਸੀਂ ਰਿਸੈਸ਼ਨ 'ਚ ਨਹੀਂ ਜਾਂਦੇ ਪਏ, ਉਦੋਂ ਤੱਕ ਇੰਟਰਸਟ ਰੇਟ ਘਟਾਉਣ ਦਾ ਕੋਈ ਮਤਲਬ ਹੀ ਨਹੀਂ ਹੈਗਾ। ਅਗਰ ਅਸੀਂ ਰਿਸੈਸ਼ਨ 'ਚ ਜਾਂਦੇ ਪਏ ਹਾਂ ਔਰ ਰਿਪੋਰਟਾਂ ਆਉਣੀਆਂ ਆਉਣ ਸ਼ੁਰੂ, GDP ਥੱਲੇ ਜਾਣੀ ਸ਼ੁਰੂ ਹੋ ਗਈ, ਲੇ ਆਫ ਸ਼ੁਰੂ ਹੋ ਗਏ, ਪ੍ਰੋਫਿਟ ਘਟਣੇ ਸ਼ੁਰੂ ਹੋ ਗਏ, ਉਹ ਸਿਚੁਏਸ਼ਨ ਹੁੰਦੀ ਹੈ ਜਦੋਂ ਇੰਟਰਸਟ ਰੇਟ ਘਟਾਇਆ ਜਾਂਦਾ ਹੈ। ਅਗਰ ਇਹ ਸਾਰੀਆਂ ਚੀਜ਼ਾਂ ਪੋਜ਼ਿਟਿਵ ਪਈਆਂ ਨੇ, ਚਾਹੇ ਬੈਂਕਰਪਸੀਆਂ ਹੋ ਰਹੀਆਂ ਨੇ ਥੋੜੀਆਂ ਬਹੁਤੀਆਂ, ਇੱਧਰ ਉੱਧਰ ਹੋ ਰਿਹਾ ਹੈ, ਅਗਰ ਸਾਰੀਆਂ ਚੀਜ਼ਾਂ ਪੋਜ਼ਿਟਿਵ ਪਈਆਂ ਨੇ, ਜੌਬਸ ਨਹੀਂ ਜਾ ਰਹੀਆਂ ਲੋਕਾਂ ਦੀਆਂ, ਲੋਕਾਂ ਨੂੰ ਹੱਥ 'ਚ ਸੈਲਰੀਜ਼ ਆ ਰਹੀਆਂ ਨੇ, ਕੰਪਨੀਆਂ ਦੇ ਪ੍ਰੋਫਿਟ ਚੱਲਦੇ ਪਏ ਨੇ, ਬਾਕੀ ਇਕੋਨਮੀ ਸਲੋ ਡਾਊਨ ਹੈ, ਠੀਕ ਹੈ ਸਲੋ ਡਾਊਨ ਹੈ ਲੇਕਿਨ ਠੀਕ ਚੱਲਦੀ ਪਈ ਹੈ, ਤਾਂ ਮੈਨੂੰ ਇੰਟਰਸਟ ਰੇਟ ਘਟਾਉਣ ਦੀ ਜ਼ਰੂਰਤ ਕੀ ਹੈ? ਹਾਂਜੀ, ਨਹੀਂ ਇਕੋਨਮੀ ਹੈ ਨਾ ਉਹੀ ਠੀਕ ਹੀ, ਕਿਉਂਕਿ ਜੌਬਸ ਵਗੈਰਾ ਤਾਂ ਸੁਣੀ ਦੀਆਂ ਤਾਂ ਹੈਗੀਆਂ, ਪਰ ਇਕੋਨਮੀ ਵਾਈਜ਼ ਜਿਵੇਂ ਡੇਲੀ ਲਾਈਫ 'ਚ ਦੇਖੀਏ ਕੋਈ ਖਰਚਾ ਵਗੈਰਾ ਕਿਸੇ ਨੇ ਇੰਨਾ ਬਾਹਲਾ ਕੰਟਰੋਲ ਨਹੀਂ ਕੀਤਾ, ਸ਼ਾਪਿੰਗ ਵਗੈਰਾ ਉਵੇਂ ਚੱਲ ਰਹੀ ਹੈ, ਰੈਸਟੋਰੈਂਟਸ ਦੇ ਵਿੱਚ ਆਪਾਂ ਖਾਣਾ ਪੀਣਾ ਉਵੇਂ ਚੱਲ ਰਿਹਾ, ਮੂਵੀਜ਼ ਵਗੈਰਾ ਸਾਰੇ ਦੇਖ ਰਹੇ ਆ, ਕੋਈ ਇੰਨਾ ਮੈਨੂੰ ਲੱਗ ਨਹੀਂ ਰਿਹਾ ਵੀ ਲੋਕਾਂ ਨੇ ਹੱਥ ਘੁੱਟਿਆ ਥੋੜਾ। ਤਾਂ ਅਸੀਂ ਖਵਾਬ ਕਿਉਂ ਦੇਖ ਰਹੇ ਹਾਂ ਇੰਟਰਸਟ ਰੇਟ ਥੱਲੇ ਜਾਣ ਦੇ? ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਪਿਆ। ਇੱਕ ਮੇਰੇ ਵਾਸਤੇ ਤਾਂ ਹਲੇ ਖਵਾਬ ਨੇ, ਮੇਰੇ ਵਾਸਤੇ ਹਲੇ ਵੀ ਡ੍ਰੀਮ ਹੈ। ਜਾਂ ਉਹੀ ਮੈਨੂੰ ਵੀ ਐਂ ਲੱਗ ਰਿਹਾ ਵੀ ਜੇ ਉਹਨਾਂ ਨੇ ਘਟਾਏ ਤੇ ਇੱਕਦਮ ਮਾਰਕੀਟ ਦੁਬਾਰਾ ਬੂਸਟ ਹੋ ਗਈ ਤਾਂ ਦੁਬਾਰਾ ਉਹਨਾਂ ਨੂੰ ਵਧਾਉਣੇ ਪੈ ਜਾਣੇ ਆ ਤੇ ਆਪਾਂ ਵੀ ਗੋਨਾ ਬੀ ਸਕੇਅਰ ਵਨ ਅਗੇਨ। ਸਾਨੂੰ ਉਹ ਬੈਂਕਰਪਸੀਆਂ ਦੇਖਣੀਆਂ ਪੈਣਗੀਆਂ ਅਗਰ ਇੰਟਰਸਟ ਰੇਟ ਥੱਲੇ ਚਾਹੀਦਾ ਤਾਂ, ਸਾਨੂੰ ਫੋਰਕਲੋਜ਼ਰ ਜਾਂ ਜੌਬਸ ਥੱਲੇ ਜਾਂਦੀਆਂ ਹੋਈਆਂ ਦੇਖਣੀਆਂ ਪੈਣਗੀਆਂ ਅਗਰ ਸਾਨੂੰ ਇੰਟਰਸਟ ਰੇਟ ਥੱਲੇ ਚਾਹੀਦਾ ਤਾਂ। ਉਹ ਨਹੀਂ ਤਾਂ ਮੈਂ ਇਹ ਸੋਚ ਕੇ ਕਿਵੇਂ ਇੰਟਰਸਟ ਰੇਟ ਥੱਲੇ ਘਟਾ ਦੇਵਾਂ? ਨਹੀਂ, ਮੈਂ ਇਸ ਚੀਜ਼ ਨੂੰ ਮੰਨ ਹੀ ਨਹੀਂ ਸਕਦਾ ਜੀ ਜਦ ਤੱਕ ਮੈਂ ਇਹ ਚੀਜ਼ਾਂ ਨਹੀਂ ਦੇਖਾਂਗਾ, ਚਾਹੇ ਜਿੰਨੇ ਮਰਜ਼ੀ ਇਕੋਨਮਿਸਟ ਗੱਲ ਕਰਦੇ ਰਹਿਣ, ਚਾਹੇ ਸਾਰੇ ਦੇ ਸਾਰੇ ਇੱਕ ਪਾਸੇ ਹੋ ਜਾਣ,
ਉਹ ਤਾਂ ਪਿਛਲੇ ਸਾਲ ਫੈਬਰਰੀ ਮਾਰਚ ਤੋਂ ਇੱਕ ਪਾਸੇ ਨੇ। ਉਹ ਪਿਛਲੇ 2023 ਚ ਉਹ ਕਹਿੰਦੇ ਪਏ ਸੀਗੇ ਕਿ ਸਪਟੈਂਬਰ ਚ ਹੀ ਘਟ ਜਾਏਗਾ ਜੀ। ਕਿਹੜਾ ਇੱਕ ਆਰਟੀਕਲ ਆਉਂਦਾ ਆ ਉਹਦੇ ਵਿੱਚ ਕਹਿ ਦਿੰਦੇ ਆ ਵੀ ਘਟ ਜਾਏਗਾ, ਦੂਸਰਾ ਆਰਟੀਕਲ ਆਉਂਦਾ ਆ ਵੀ ਪ੍ਰਾਈਸ ਵਿੱਚ ਫਰਕ ਨਹੀਂ ਪਏਗਾ, ਤੀਸਰਾ ਫੇਰ ਆ ਜਾਂਦਾ ਵੀ ਪ੍ਰਾਈਸਾਂ ਵਧਣਗੀਆਂ 5-7%, ਚੌਥਾ ਆਰਟੀਕਲ ਆ ਜਾਂਦਾ ਹੈ ਘਟਣ ਦੀ ਉਮੀਦ ਹੈਗੀ ਆ ਇੰਟਰਸਟ ਰੇਟ ਗਿਰਨ ਤੋਂ ਬਾਅਦ ਵੀ। ਸੋ ਇਟਸ ਪਤਾ ਨਹੀਂ ਸਾਰੇ ਆਪਦਾ ਥਰੋਇੰਗ ਐਵਰੀਥਿੰਗ ਔਨ ਦ ਵਾਲ ਵੀ ਦੇਖਦੇ ਵਟ ਸਟਿਕਸ। ਮੈਨੂੰ ਸਿਰਫ ਇਹ ਦਿਖਾ ਦਿਓ ਕਿ ਕਿੱਥੇ ਬੈਂਕਰਪਸੀਆਂ ਹੋ ਰਹੀਆਂ ਨੇ, ਨਹੀਂ ਬੈਂਕਰਪਸੀਆਂ ਮਤਲਬ ਬਿਜ਼ਨਸਿਸ ਡਾਊਨ ਜਾ ਰਹੇ ਨੇ, ਪ੍ਰੋਫਿਟ ਖਤਮ ਹੋ ਰਹੇ ਨੇ, एम्प्लॉयमेंट खत्म हो रही है, बड़ा बुरा हाल हो गया इकोनॉमी की। इंटरेस्ट रेट घटा देना चाहिए। कॉशन पे सिर्फ कॉशन पे इंटरेस्ट रेट घटाना भी हो सकता है। आई डोंट एग्री ऑन दैट पॉइंट। But Monga Sahab, I would definitely vouch for the interest prime rate should be at least 2% less, 5% के आसपास होना चाहिए, चाहे इकोनॉमी ठीक चले, सब कुछ ठीक चल रही है। फिर आगे लग जाएगी जी पीके। मैंने नहीं लगता जी पास ही नहीं हो रहे इन्ने महंगे करार, मैंने नहीं लगता कि अग लगेगी। यस डिमांड उठेगी, थोड़ा एक रीजनेबल बैलेंस लेवल के उत्ते सब कुछ बढ़ेगा, पर अग नहीं लग सकती। अग उस वक्त लगी सी जिस वक्त घर 5 लगता सीगा, अब उस वक्त नहीं लग सकती जिस वक्त घर 1 मिलियन रहेगा। हुण वैसे नहीं ले पा रहे। 5% अगर प्राइम घट के 7.2 तो अगर 5% आ जाता है तो इट मेक्स ए बिग इम्पैक्ट, बट इट विल नॉट मेक ए वेरी बिग इम्पैक्ट ऑन द रियल स्टेट। यस रियल स्टेट बैलेंस हो जाएगी मेरे सामने। हाँ फ्री मनी आ गई 2.5% 3% फिर वही कहानी शुरू हो जाएगी, पर नहीं देखो उनके असर ਹੁਣ ਇਸ ਟਾइम वैसे क्यों नहीं ले पा रहे, क्योंकि घर जी महंगे है, घर सस्ते होने चाहिए। हाँ जी बिल्कुल घटना चाहिए मेरे हिसाब नाल भी। हाँ रेट घटना चाहिए। हाँ प्लस जिन्होंने कहते हैं मैं गल कर रहा सीगा ਹੁਣ ਤੇ असर उन्होंने भी होना शुरू हो गया ਜਿਹੜੇ स्ट्रेस टेस्ट दे के भी जिन्होंने लोन लिया सी जेन्युइन स्ट्रेस टेस्ट ਜਿਹੜਾ जिस रेट ਤੇ ਤੁਹਾਨੂੰ ਇੰਟਰਸਟ ਮਿਲਿਆ ਸੀ ਉਹਦਾ 2% ਐਡ ਕਰਕੇ ਵੀ ਜਿਹਨਾਂ ਲਿੱਤਾ ਸੀਗਾ ਸਰ ਉਹਨਾਂ ਦੇ ਉੱਤੇ ਵੀ ਬੜਾ ਵੱਡਾ ਇੰਪੈਕਟ ਪੈ ਸੀ ਗਿਆ। ਉਹਨਾਂ ਨਾਲ ਵੀ ਅਸੀਂ ਗੱਲਾਂ ਕਰਨੇ ਆ, ਉਹ ਲੋਕ ਵੀ ਵਿਚਾਰੇ ਪਰੇਸ਼ਾਨੀ ਜਾ ਚੁੱਕੇ ਜਿਹੜੇ ਜੈਨੂਇਨ ਸੀਗੇ, ਸਟ੍ਰੈਸ ਟੈਸਟ ਦੇ ਬਾਵਜੂਦ ਉਹ ਪਰੇਸ਼ਾਨੀ ਜਾ ਚੁੱਕੇ ਨੇ। ਇਸ ਗੱਲ ਦਾ ਜ਼ਿਆਦਾ ਬੈਂਕ ਆਫ ਕੈਨੇਡਾ ਨੂੰ ਖਤਰਾ ਹੈਗਾ, ਇਸ ਗੱਲ ਦਾ ਜ਼ਿਆਦਾ CMSA ਨੂੰ ਪਰੇਸ਼ਾਨੀ ਹੋਈ ਪਈ ਹੈ, ਇਸ ਗੱਲ ਦੀ ਜ਼ਿਆਦਾ ਸਰਕਾਰ ਨੂੰ ਪਰੇਸ਼ਾਨੀ ਹੋਈ ਪਈ ਹੈ ਕਿ ਹੁਣ ਉਹ ਲੋਕ ਇੰਪੈਕਟ ਹੋਣੇ ਸ਼ੁਰੂ ਹੋ ਗਏ ਨੇ ਜੈਨੂਇਨ। ਇੱਕ ਚੀਜ਼ ਮੈਨੂੰ ਇੱਥੇ ਥੋੜਾ ਜਿਹਾ ਮੈਂ ਇਹਨੂੰ ਡਿਸਕਸ਼ਨ ਬੇਸ ਤੇ ਜਾਣਾ ਚਾਹ ਰਿਹਾ। ਜਿਹੜੇ ਲੋਕ ਪਰੇਸ਼ਾਨ ਹੋ ਰਹੇ ਨੇ ਉਹਦੇ ਚੋਂ ਸਿਰਫ 5% ਹੋਣਗੇ, 5% ਜਿਨ੍ਹਾਂ ਨੇ ਆਪਦਾ ਤਰੀਕਾ ਬਦਲਿਆ ਹੋਵੇਗਾ, ਲਾਈਫ ਸਟਾਈਲ ਬਦਲਿਆ ਹੋਵੇਗਾ। 95% ਨੇ ਉਹਨਾਂ ਨੇ ਹਲੇ ਵੀ ਲਾਈਫ ਸਟਾਈਲ ਦਾ ਤਰੀਕਾ ਨਹੀਂ ਬਦਲਿਆ, ਜਿਹੜੇ ਪਰੇਸ਼ਾਨ ਵੀ ਹੋ ਰਹੇ ਨੇ। ਉਹ 95 ਮੈਂ ਤੁਹਾਡਾ ਬਿਲਕੁਲ ਐਗਰੀ ਕਰ ਰਿਹਾ, 5% 95% ਦੀ ਦਾ ਨੰਬਰ ਨਹੀਂ ਹੈਗੇ, ਪਰ ਮੈਜੋਰਟੀ ਮੈਂ ਕਹਿ ਸਕਦਾ ਯੂ ਆਰ ਰਾਈਟ, ਉਹਨਾਂ ਨੇ ਆਦਤ ਨਹੀਂ ਬਦਲੀ, ਆਦਤ ਉਹੀ ਦੀ ਹੋਈ। ਔਰ ਆਦਤ ਜਿਹੜੀ ਹੈਗੀ ਸਪੈਂਡਿੰਗ ਦੇ ਨੰਬਰਸ ਦੇਖੋ ਨਾ, ਛੁੱਟੀਆਂ ਦੇ ਦੌਰਾਨ ਆਪਣੇ ਕੋਈ ਬੜਾ ਘਟੇ ਨਹੀਂ ਹੈਗੇ, ਪਿਛਲੇ ਸਾਲ ਨਾਲੋਂ ਵਧੇ ਹੀ ਹੋਣੇ ਮੈਨੂੰ ਲੱਗਦਾ ਜਿਹੜੀ ਵੀ ਲੋਕਾਂ ਨੇ ਸ਼ਾਪਿੰਗ ਬਿਲਕੁਲ ਠੀਕ ਗੱਲ ਹੈ। ਹਾਂਜੀ ਪੰਕਜ ਜੀ ਮੇਰਾ ਦੂਸਰਾ ਸਵਾਲ ਸੀਗਾ ਆਪਣਾ, ਤੁਹਾਡਾ ਵਿਚਾਰ ਕੀ ਆਪਣੇ ਕੱਲ ਵੀ ਨਿਊਜ਼ ਆਈ ਸੀ ਇੱਕ ਆਪਣੇ ETF ਬਾਰੇ ਬਿਟਕੋਇਨ ਦੇ, ਬਈ ਸ਼ਾਇਦ ਉਹ ਰਿਲੀਜ਼ ਹੋ ਗਿਆ ਵਾ ਜਾਂ ਉਹਨਾਂ ਨੇ ਕਰ ਦੇਣਾ, ਪਰ ਬਾਅਦ ਵਿੱਚ ਸੈਕ ਨੇ ਕਿਹਾ ਵੀ ਨਹੀਂ ਸਾਡਾ ਟਵਿੱਟਰ ਹੈਂਡਲ ਵਾਸ ਹੈਕਡ। ਸੋ ਉਹਦੇ ਬਾਰੇ ਤੁਹਾਨੂੰ ਕੀ ਲੱਗਦਾ ਵੀ ਉਹ ਰਿਲੀਜ਼ ਹੋਏਗਾ ਜਾਂ ਨਹੀਂ ਹੋਏਗਾ? ਜੇ ਹੋਏਗਾ ਤਾਂ ਉਹਦੇ ਨਾਲ ਕੀ ਫਰਕ ਪੈ ਸਕਦਾ? ਦੇਖੋ ਅਗਰ ETF ਅਪਰੂਵ ਹੋ ਗਿਆ ਉਹ ਵਾਲਾ ਤਾਂ ਇਹ ਮੰਨ ਕੇ ਚੱਲੋ ਕਿ ਬਿਟਕੋਇਨ ਨੇ ਛਲਾਂਗਾ ਮਾਰਨੀਆਂ ਸ਼ੁਰੂ ਕਰ ਦੇਣੀਆਂ ਨੇ। ਤਾਂ ਹੀ ਤਾਂ ਇਸ ਵੇਲੇ ਬਿਟਕੋਇਨ ਬੜਾ ਸਟਰੋਂਗ ਪਿਆ ਹੋਇਆ, ਹਲੇ ਵੀ ਥੱਲੇ ਜਾ ਰਿਹਾ, ਉੱਪਰ ਜਾ ਰਿਹਾ, ਥੱਲੇ ਜਾ ਰਿਹਾ, ਕਿਉਂਕਿ ਕਦੇ ਨਿਊਜ਼ ਆ ਜਾਂਦੀ ਹੈ ਕਿ ਅਪਰੂਵ ਕਰ ਦੇਣਗੇ, ਕਦੇ ਕਹਿ ਦਿੰਦੇ ਨੇ ਨਹੀਂ ਕਰਦੇ ਪਏ। ਮੈਂ ਕਹਾਂਗਾ 80-20 ਚਾਂਸਿਸ ਹੈ ਜੀ, 80% ਅਪਰੂਵ ਨਹੀਂ ਕਰਨਗੇ, 20% ਅਪਰੂਵ ਕਰਨਗੇ, ਤਾਂ ਹੀ ਇਸ ਵੇਲੇ ਪ੍ਰੋਬਲਮ ਆਈ ਹੋਈ ਹੈ। ਤੁਸੀਂ ਬਿਲਕੁਲ ਕੱਲ ਸਹੀ ਕਿਹਾ, ਉਹਨਾਂ ਦਾ ਹੈਕ ਹੋਇਆ ਉਹਨਾਂ ਦਾ ਟਵਿੱਟਰ, ਔਰ ਉਸ ਤੋਂ ਬਾਅਦ ਜਦੋਂ ਮਤਲਬ ਲੋਕ ਕੋਸ਼ਿਸ਼ ਕਰ ਰਹੇ ਨੇ ਕਿਸੇ ਤਰ੍ਹਾਂ ਬਿਟਕੋਇਨ ਨੂੰ ਉੱਪਰ ਲੈ ਕੇ ਜਾਇਆ ਜਾਵੇ, ਲੇਕਿਨ ਇਸ ਵੇਲੇ ਮੈਨੂੰ ਥੋੜਾ ਜਿਹਾ ਮੁਸ਼ਕਿਲ ਲੱਗਦਾ ਪਿਆ, ਲੇਕਿਨ ਹੋ ਸਕਦਾ ਹੋ ਵੀ ਜਾਵੇ, ਕਿਉਂਕਿ ਅੰਦਰ ਬੈਠੇ ਹੋਏ ਲੋਕਾਂ ਦਾ ਪਤਾ ਨਹੀਂ ਹੁੰਦਾ ਕਿ ਕਿੰਨੇ ਲੋਕ ਉਸ ਨੂੰ ਸਪੋਰਟ ਕਰ ਰਹੇ ਨੇ, ਉਸ ਪੈਨਲ 'ਚ ਬੈਠੇ ਹੋਏ ਤੇ ਕਿੰਨੇ ਸਪੋਰਟ ਨਹੀਂ ਕਰ ਰਹੇ। ਬਟ ਅਗਰ ਮੈਂ ਹੋਵਾਂ ਉਸ ਜਗ੍ਹਾ ਤੇ ਤਾਂ ਮੈਂ ਇਸ ਵੇਲੇ ਅਪਰੂਵ ਨਹੀਂ ਕਰਾਂਗਾ ਉਹਨੂੰ ਹਲੇ, ਕਿਉਂਕਿ ਸਰ ਉਹ ਕਾਫੀ ਵੱਡੇ ਹਾਊਸ ਨੇ ਜਿਹੜੇ ਬਲੈਕ ਰੌਕ ਹੋਇਆ, ਵੈਨਗਾਰਡ ਹੋਇਆ, ਉਹਨਾਂ ਨੇ ਅਪਲਾਈ ਕੀਤਾ ਹੋਇਆ ਇਹਦੇ ਲਈ, ਕਿਉਂਕਿ ਉਹਨਾਂ ਦੀ ਤਾਂ ਇਨਕਮ ਹੈ ਨਾ ਸਰ। ਜਿੰਨੇ ਜ਼ਿਆਦਾ ETF ਲੈ ਕੇ ਆ ਜਾਣ, ਜਿੰਨੇ ਜ਼ਿਆਦਾ ਫੰਡ, ਜਿੰਨੇ ਜ਼ਿਆਦਾ ਪ੍ਰੋਡਕਟ ਲੈ ਕੇ ਆ ਜਾਣ, ਮੈਂ ਪ੍ਰੋਡਕਟ ਉਹਨਾਂ ਵਾਸਤੇ ਇੱਕ ਪ੍ਰੋਡਕਟ ਹੈ ਮਾਰਕੀਟ 'ਚ ਵੇਚਣ ਵਾਸਤੇ, ਜਿਵੇਂ ਐਪਲ ਵਾਸਤੇ ਆਈਫੋਨ ਇੱਕ ਪ੍ਰੋਡਕਟ ਹੈ, ਉਹ ਏਅਰਪੋਰਟ ਵੀ ਲੈ ਕੇ ਆ ਰਿਹਾ ਹੈ ਜੀ, ਉਹ ਮੈਕਬੁੱਕ ਵੀ ਲੈ ਕੇ ਆ ਰਿਹਾ ਜੀ, ਉਹ ਕਹਿ ਰਿਹਾ ਮੈਂ ਹੈਡਫੋਨ ਦੂਜੇ ਵੱਡੇ ਲੈ ਕੇ ਆਵਾਂਗਾ, ਮੈਂ VR ਸਿਸਟਮ ਲੈ ਕੇ ਆਵਾਂ। ਉਹ ਜਿੰਨੇ ਪ੍ਰੋਡਕਟ ਲੈ ਕੇ ਆਵੇਗਾ ਮਾਰਕੀਟ 'ਚ ਉਨੀ ਉਹਦੀ ਸੇਲ ਵੱਧਦੀ ਪਈ ਹੈ ਨਾ ਸਰ, ਉਹਦਾ ਤਾਂ ਪ੍ਰੋਫਿਟ ਵੱਧਦਾ ਪਿਆ। ਸੋ ਬਲੈਕ ਰੌਕ ਵਾਸਤੇ, ਫਿਡੈਲਿਟੀ ਵਾਸਤੇ, ਮੈਕੈਂਜੀ ਵਾਸਤੇ ਇਟਸ ਅ ਪ੍ਰੋਡਕਟ। ਸੋ ਉਹ ਨਵਾਂ ਪ੍ਰੋਡਕਟ ਅਗਰ ਉਹਨਾਂ ਦੇ ਹੱਥ 'ਚ ਆ ਗਿਆ ਤਾਂ ਉਹ ਵੇਚਣਾ ਸ਼ੁਰੂ ਕਰਨਗੇ, ਉਹਨਾਂ ਦਾ ਪ੍ਰੋਫਿਟ ਆਉਣਾ ਸ਼ੁਰੂ ਹੋਗਾ। ਲੇਕਿਨ ਇਸ ਵੇਲੇ ਸਾਡੇ ਸਿਸਟਮ ਨੂੰ ਉਹ ਜ਼ਰੂਰਤ ਹੈ ਕਿ ਨਹੀਂ ਹੈ?
क्या यूएस इस वेले पूरी दुनिया ਨੂੰ ਇਹ ਦਿਖਾਣਾ ਚਾਹੇਗਾ ਕਿ ਅਸੀਂ ਐਸੇ ਠੀਕ ਹੈ ਅਸੀਂ ਜਿਹੜਾ ਮਨੀ ਹੈ ਸਾਡੀ ਕੰਟਰੀ 'ਚ ਜਿਹੜੀ ਮਨੀ ਇਵੋਲਵ ਕਰ ਰਹੀ ਹੈ ਉਹ ਬਿਟਕੋਇਨ 'ਚ ਵੀ ਗੁੱਸਣੀ ਸ਼ੁਰੂ ਹੋ ਜਾਵੇ ਘੁਸਦੀ ਤਾਂ ਪਈ ਹੈ ਲੇਕਿਨ ਤੁਸੀਂ ਇੱਕ ਸਟੈਂਪ ਲਗਾ ਰਹੇ ਹੁੰਦੇ ਤੇ ਹੋਰ ਸੋ ਆਈ ਡੋਂਟ ਨੋ ਉੱਥੇ ਬੈਠੇ ਹੋਏ ਅੰਦਰ ਲੋਕ ਪੈਨਲ ਕੀ ਸੋਚ ਰਿਹਾ ਇਸ ਵੇਲੇ ਬੈਠਾ ਹੋਇਆ ਕਿਉਂਕਿ ਬਹੁਤ ਸਾਰੇ ਲੋਕ ਬਿਟਕੋਇਨ ਦੇ ਹੱਕ 'ਚ ਵੀ ਹੈਗੇ ਨੇ ਇਹ ਜੀ ਗੱਲ ਨਹੀਂ ਹੈਗੀ क्योंकि they also think this is like an asset. So हले कुछ पता नहीं है लेकिन मैं हले भी 80% उनके उस चाह की वो शायद नहीं अप्रूव करेंगे जी ठीक है सर थैंक यू वेरी मच फॉर टेकिंग माय कॉल ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਔਰ ਸਮੇਂ ਸਾਨੂੰ ਹੋਰ ਯਾਦ ਨਹੀਂ ਦੇ ਰਿਹਾ ਬੜੀ ਵਧੀਆ ਅੱਜ ਸਾਰੀ ਇੰਟਰਸਟਿੰਗ ਡਿਸਕਸ਼ਨ ਹੋਈ ਹੈ ਤਨਵੀਰ ਸਾਹਿਬ ਕਹਿ ਰਹੇ ਕਿ ਤੁਸੀਂ ਵੀ ਆਪਣਾ ਦੱਸੋ ਇੰਟਰਸਟ ਰੇਟ ਦੇ ਬਾਰੇ ਮੇਰਾ ਤਾਂ ਵੈਸੇ ਇਹੀ ਹੈ ਕਿ ਅਪ੍ਰੈਲ ਦੇ ਵਿੱਚ ਕੁਝ ਨਾ ਕੁਝ ਤੇ ਕਟੌਤੀ ਹੋਣੀ ਚਾਹੀਦੀ ਹੈ ਪੀਕੇ ਜੀ ਤੁਸੀਂ ਵੀ ਅਪ੍ਰੈਲ 'ਚ ਕਹਿ ਰਹੇ ਹੋ मैं भी 10 अप्रैल कह रहा जी 50-50 कह रहे हैं पर मैंने उम्मीद है कि करना चाहिए और नहीं भी है तो वैसे भी करना चाहिए उम्मीद की है करना चाहिए मतलब कि पीपल विल बी इन बिग ट्रबल एंड दे नो दैट मोंगा साहब जून कह रहे हैं पर देखा जाए उन्होंने गल दम ज्यादा है टू बी ऑनेस्ट लेकिन मैं फिर भी अड़े आया 10 अप्रैल के पिछले पैसे तो कहता पिया अगर हो जाए तो बहुत वधिया बिल्कुल ठीक है मैं दुआ करांगा कि तुसी सही हो जाओ देखो एक होती है ना गलत फहमी एक होती है खुश फहमी मैं खुश फहमी बैठा होया ਤੁਹਾਡੇ ਮੂੰਹ ਚੋਂ ਨਿਕਲੀ ਹੋਈ ਗੱਲ ਸਹੀ ਹੋ ਜਾਵੇ ਮੈਂ ਐਸੇ ਖੁਸ਼ ਹੋਵਾਂਗਾ ਥੈਂਕ ਯੂ ਵੈਰੀ ਮਚ ਸਰ ਜੀ ਥੈਂਕ ਯੂ ਠੀਕ ਹੈ ਜੀ ਇਹਦੇ ਤੇ ਡਿਸਕਸ਼ਨ ਅਗਲੇ ਹਫਤੇ ਵੀ ਜਾਰੀ ਰਹੇਗੀ जी पीके जी कोई प्रोजेक्ट या कुछ भी है वो जरूर पहला नोट मैं कहना चाहूंगा कि प्रोजेक्ट टीम सब्बरवाल नंबर दे देना कांटेक्ट करो जल्दबाजी ना करो यह बड़ा सेंसिटिव मैटर है घर बेचना है कि नहीं बेचना और किस तरह बेचना है घर खरीदना है कि नहीं खरीदना और किस तरह खरीदना है इन्वेस्टमेंट करनी कि नहीं करनी और किस तरह करनी है की इंसेंटिव लेने ने कितनी ड्यूरेशन होनी चाहिए की होना चाहिए असं बैठे पिछले हफ्ते ही मैंने हुणे गल है थर्सडे दी एंड मंडे दी मैं 3-4 लोगों को बिल्डर को डायरेक्ट गल करा के ह्यूज इंसेंटिव लैके दिते ने प्लीज कंटैक्ट अस टेक्स्ट मी and we'll get back to you 647-299-4757 thank you very much Jidvi ji थैंक यू सो मच जी और पंकज जी योर क्लोजिंग स्टेटमेंट जी बिल्कुल जगवीर जी किसी तरह की भी फाइनेंशियल प्लानिंग ਦੀ ਅਗਰ ਤੁਸੀਂ ਗੱਲ ਕਰ ਰਹੇ ਹੋ ਐਜ਼ ਅ ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ ਮੈਂ ਤੁਹਾਡੀ ਹਰ ਚੀਜ਼ ਡੀਲ ਕਰ ਸਕਦਾ ਜਿਹੜੀ ਫਾਈਨੈਂਸ਼ੀਅਲ ਰਿਲੇਟਡ ਹੈਗੀ ਕਿਉਂਕਿ ਮੈਂ ਉਸ ਦੀ ਨੌਲੇਜ ਰੱਖਦਾ ਮੈਂ ਉਸ ਦੀ ਐਜੂਕੇਸ਼ਨ ਰੱਖਦਾ ਮੈਂ ਉਸ 'ਚ ਐਕਸਪੀਰੀਅੰਸ ਰੱਖਦਾ ਸੋ ਤੁਸੀਂ ਕੋਈ ਵੀ ਇੰਸ਼ੋਰੈਂਸ ਦੀ ਗੱਲ ਕਰ ਰਹੇ ਹੋ ਸਟੇਟ ਪਲੈਨਿੰਗ ਦੀ ਗੱਲ ਕਰ ਰਹੇ ਹੋ ਰਿਟਾਇਰਮੈਂਟ ਦੀ ਕਰ ਰਹੇ ਹੋ ਇਨਵੈਸਟਮੈਂਟ ਕਿਤੇ ਬਾਹਰ ਕਰਨੀ ਹੈ ਚਾਹੇ ਉਹ ਤੁਹਾਡਾ ਸੇਵਿੰਗ ਅਕਾਊਂਟ ਹੈ ਚਾਹੇ ਤੁਹਾਡੇ GICs ਨੇ ਚਾਹੇ ਤੁਹਾਡਾ ਰਿਟਾਇਰਮੈਂਟ ਅਕਾਊਂਟ ਹੈ ਚਾਹੇ ਟੈਕਸ ਫ੍ਰੀ ਸੇਵਿੰਗ ਅਕਾਊਂਟ ਹੈ ਚਾਹੇ ਫਸਟ ਟਾਈਮ ਹੋਮ ਬਾਇਰ ਜਿਹੜਾ ਨਵਾਂ ਸੇਵਿੰਗ ਅਕਾਊਂਟ ਖੋਲ੍ਹਿਆ ਉਹਦੀ ਗੱਲ ਕਰ ਰਹੇ ਹਾਂ ਜਾਂ ਤੁਹਾਡੀ ਕਾਰਪੋਰੇਸ਼ਨ ਹੈ ਕਾਰਪੋਰੇਸ਼ਨ ਦਾ ਅਕਾਊਂਟ ਹੈ ਕਾਰਪੋਰੇਸ਼ਨ ਤੁਹਾਡੇ ਕੋਲ ਪੈਸਾ ਪਿਆ ਹੋਇਆ ਮਨੀ ਪਈ ਹੋਈ ਹੈ ਜੋ ਕਿ ਕੁਛ ਨਹੀਂ ਕਮਾ ਰਹੀ ਹੈ ਬਲਕਿ ਬੈਂਕ 'ਚ ਪਏ ਹੋਏ ਨੂੰ ਉਹਦੇ ਤੇ ਤੁਸੀਂ ਪੈਸੇ ਹੀ ਦੇ ਰਹੇ ਮਨੀ ਹੋਰ ਦੇ ਰਹੇ ਹੋ ਹਰ ਮਹੀਨੇ ਬੈਂਕ ਦੀ ਫੀਸ ਦੇ ਰਹੇ ਸੋ ਉਹ ਵੀ ਮਨੀ ਐਕਚੁਅਲੀ ਕਮਾ ਸਕਦੀ ਹੈ ਤੁਹਾਡੇ ਵਾਸਤੇ ਔਰ ਪ੍ਰੋਫਿਟ ਕ੍ਰੀਏਟ ਕਰ ਸਕਦੀ ਹੈ ਸੋ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਇਨਵੈਸਟਮੈਂਟ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਮੇਰਾ ਫੋਨ ਨੰਬਰ ਹੈ 6472851007 647-285-1007 ਤੇ ਮੈਂ ਇਹ ਵੀ ਤੁਹਾਨੂੰ ਬਹੁਤ ਸਾਰੀ ਸਟ੍ਰੈਟੇਜੀਜ਼ ਨੇ ਅਗਰ ਤੁਹਾਡੇ ਕੋਲ ਕਾਰਪੋਰੇਸ਼ਨ ਹੈਗੀ ਔਰ ਮਨੀ ਪਈ ਹੋਈ ਹੈ ਔਰ ਤੁਸੀਂ ਕੱਢ ਨਹੀਂ ਪਾ ਰਹੇ ਹੋ ਉਸ ਮਨੀ ਨੂੰ ਮੈਂ ਤੁਹਾਨੂੰ ਇਹ ਦੱਸ ਸਕਦਾ ਕਿ ਕਿਵੇਂ ਉਸ ਮਨੀ ਨੂੰ ਕੱਢ ਸਕਦੇ ਆ ਔਰ ਕਿੰਨਾ ਟੈਕਸ ਬਚਾ ਸਕਦੇ ਆ ਬਹੁਤ ਅੱਛੇ ਟੈਕਸ ਬੈਨੀਫਿਟ ਹੋ ਸਕਦੇ ਨੇ ਉਸ ਅਗਰ ਤੁਸੀਂ ਉਹਦਾ ਫਾਇਦਾ ਚੱਕਣਾ ਚਾਹੋ ਅਗਰ ਮਨੀ ਤੁਹਾਡੀ ਕਾਰਪੋਰੇਸ਼ਨ 'ਚ ਪਈ ਹੈ ਔਰ ਤੁਸੀਂ ਕੱਢ ਨਹੀਂ ਸਕਦੇ ਹੋ ਸੋ ਪਲੀਜ਼ ਕੰਟੈਕਟ ਮੀ ਫੋਨ ਨੰਬਰ is 6472851007 ਥੈਂਕ ਯੂ ਵੈਰੀ ਮਚ ਸ਼ੁਕਰੀਆ ਜੀ ਥੈਂਕ ਯੂ ਵੈਰੀ ਮਚ ਪੰਕਜ ਜੀ ਥੈਂਕ ਯੂ ਵੈਰੀ ਮਚ ਪੀਕੇ ਜੀ ਸ਼ਾਮ ਨੂੰ 6:30 ਵਜੇ ਤੁਸੀਂ ਹਰ ਵੈਨਸਡੇ ਸ਼ਾਮ 6:30 ਵਜੇ ਤੁਸੀਂ ਦੇਖਦੇ ਹੋ ਪੰਕਜ ਜੀ ਔਰ ਪੀਕੇ ਜੀ ਚੈਨਲ ਵਾਈ ਦੇ ਉੱਤੇ ਆਪਣੇ ਜਿਹੜੇ ਵਿਚਾਰ ਨੇ ਇੱਕ ਹਫ਼ਤੇ ਦੇ ਵਿੱਚ ਬਹੁਤ ਸਾਰੀਆਂ ਐਕਟੀਵਿਟੀਜ਼ ਹੁੰਦੀਆਂ ਇਕਨੋਮਿਕ ਐਕਟੀਵਿਟੀਜ਼ ਰੀਅਲ ਸਟੇਟ ਦੀ ਮੌਰਗੇਜ ਦੀ ਜੋ ਕੁਝ ਵੀ ਹੁੰਦਾ ਹੈ ਸਾਰਾ ਖਬਰ ਨਾਲ ਦੀ ਨਾਲ ਉਹਦੇ ਉੱਤੇ ਐਨਾਲਿਸਿਸ ਵੀ ਇਸ ਹਫ਼ਤੇ 'ਚ ਕੀ ਹੋਇਆ ਔਰ ਆਉਣ ਵਾਲੇ ਟਾਈਮ 'ਚ ਕੀ ਹੋ ਸਕਦਾ ਉਹ ਸਾਰਾ ਚੈਨਲ ਵਾਈ ਤੇ ਤੁਸੀਂ ਦੇਖਦੇ ਹੋ ਇਸ ਤੋਂ ਇਲਾਵਾ 3:30 ਤੋਂ 4:30 ਦੇ ਵਿੱਚ ਸਰਾ ਜੀ ਦੇ ਨਾਲ ਪੀਕੇ ਜੀ ਫਿਰ ਪ੍ਰੋਗਰਾਮ ਦੇ ਵਿੱਚ ਜੁੜਨਗੇ ਪੀਕੇ ਜੀ ਐਂਡ ਪੰਕਜ ਜੀ ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਸਰ